देश दुनिया च वसते पंजाबियों को खुश आमदीद। मैं हरजिंदर सिंह रंधावा, तुम देख रहे हो पंजाब टैलीविजन और मेरे नाल ने सीनियर जर्नलिस्ट रजीव भास्कर जी और रिंदरप्रीत जी, दोनों को जी आए। बहुत बहुत शुक्रिया रंधावा जी। साਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਮੁੱਖ ਮੰਤਰੀ ਅਕਸਰ ਵਿਅੰਗ 'ਚ ਗੱਲ ਕਰਨ ਨੂੰ ਤਰਜੀਹ ਦਿੰਦੇ ਆ। ਅਸੀਂ ਵੀ ਹਾਸੇ ਠੱਠੇ ਦੇ ਵਿੱਚ ਇੰਨਾ ਕੀ ਕਹਿਣਾ ਹੈ ਕਿ ਬਾਹਰ-ਬੂਰ ਗੇੜੇ ਤਾਂ ਮਾਰਦੇ ਰਹਿੰਦੇ ਹੋ, ਅੰਦਰ ਝਾਤੀ ਮਾਰਿਓ, ਕਿਉਂਕਿ ਪੀਸੀਐਸ ਤੋਂ ਆਈਐਸ ਬਣਨ ਸੰਬੰਧੀ ਅਕਸਰ ਖੇਲ ਚੱਲਦਾ ਰਹਿੰਦਾ ਸਾਲਾਂ ਤੋਂ। ਯੂਪੀਐਸਸੀ ਦੇ ਵਿੱਚ ਨਾਂ ਭੇਜੇ ਜਾਂਦੇ ਆ ਪੀਸੀਐਸ ਅਫਸਰਾਂ ਦੇ, ਜਿਨ੍ਹਾਂ ਨੂੰ ਆਈਐਸ ਬਣਾਉਣਾ ਹੁੰਦਾ। ਇਹਦੇ ਤੇ ਪੋਲੀਟੀਕਲ ਕੌਡੀ ਵੀ ਚੱਲਦੀ ਰਹੀ ਸਦਾ। ਮੰਤਰੀਆਂ ਦੇ ਪੁੱਤ ਭਤੀਜਿਆਂ ਦੇ ਨਾਂ ਵੀ ਚੱਲਦੇ ਰਹੇ ਨੇ ਤੇ ਨੂੰਹਾਂ ਤੱਕ ਦਾ ਜ਼ਿਕਰ ਹੁੰਦਾ ਰਿਹਾ। ਪੀਸੀਐਸ ਨੂੰ ਆਈਐਸ ਬਣਾਉਣ ਲਈ ਅਸਾਮੀਆਂ ਹੁੰਦੀਆਂ ਤੇ 2 ਦਿਨ ਪਹਿਲਾਂ ਜਿਹੜੀ ਯੂਪੀਐਸਸੀ ਦੀ ਸਕਰੀਨਿੰਗ ਕਮੇਟੀ ਬੈਠਦੀ ਹੈ, ਜਿਹਨੂੰ ਪੰਜਾਬ ਦੇ ਵਿੱਚ ਵਿਭਾਗੀ ਤੌਰ ਤੇ ਡੀਪੀਸੀ ਕਿਹਾ ਜਾਂਦਾ, ਉਹਦੇ ਚ ਕਾਹਦੇ ਰੌਲੇ ਪਏ ਮੁੱਖ ਮੰਤਰੀ ਸਾਹਿਬ? ਦੇਖਿਓ, ਕੋਈ ਅਵੈਧ ਜਿਹਾ ਨਾਂ ਤਾਂ ਨਹੀਂ ਚਲੇ ਗਿਆ, ਕੋਈ ਜੁਗਾੜਬੰਦੀ ਤਾਂ ਨਹੀਂ ਹੋਈ। ਅਸੀਂ ਸਿਰਫ ਸੰਕੇਤ ਮਾਤਰੀ ਅੱਜ ਗੱਲ ਕਰਨੀ ਹੈ। ਇਹਦੇ ਸੰਬੰਧੀ ਵਿਸਥਾਰਤ ਤੁਹਾਡੇ ਨਾਲ ਜ਼ਿਕਰ ਕਰਾਂਗੇ ਕਿ ਭੇਜੇ ਗਏ ਨਾਵਾਂ ਚੋਂ ਕਿਸੇ ਦੇ ਉੱਤੇ ਆਪੱਤੀ ਦਰਜ ਕੀਤੀ ਗਈ, ਆਬਜੈਕਸ਼ਨ ਲਾਇਆ ਗਿਆ। ਕੋਈ ਨਾਂ ਇਸ ਤਰ੍ਹਾਂ ਦਾ ਵੀ ਸੀ ਜਿਹੜਾ ਰਿਟਾਇਰ ਹੋ ਚੁੱਕਿਆ ਲੇਕਿਨ ਗਿਆ, ਲੇਕਿਨ ਉਹਦੇ ਪਿਛਲੇ ਸਾਰੇ ਕੈਰੀਅਰ ਦੌਰਾਨ ਰਿਕਾਰਡ ਦੇ ਵਿੱਚ ਪਾਈਆਂ ਊਣਤਾਈਆਂ ਦਾ ਜ਼ਿਕਰ ਹੋਇਆ। ਇਹ ਸਵਾਲ ਵੱਡੇ ਆ ਕਿ ਇਹ ਪੋਲੀਟੀਕਲ ਫੈਸਲੇ ਹੁੰਦੇ ਆ ਜਾਂ ਅਫਸਰਸ਼ਾਹੀ ਆਪਣੇ ਤੌਰ ਤੇ ਐਡਰੈਸ ਕਰ ਲੈਂਦੀ ਹੈ। ਹੁਣ ਮੈਂ ਕਾਲੀ ਚਾਵਾਂ, ਵੈਸੇ ਇਹ ਸਰਕਾਰ ਸੰਜੀਦਾ ਹੋ ਕੇ ਵੀ ਕੰਮ ਕਰਨ ਲੱਗੀ ਹੈ। ਇਹ ਖਬਰ ਜਿਹਨੇ ਫੜ ਕੇ ਬਿਠਾਇਆ, ਇਹ ਖਬਰ ਅਹਿਮ ਆ। ਪੰਜਾਬ ਦੇ ਸਿਰ ਕਰਜ਼ਾ 3 ਲੱਖ ਕਰੋੜ ਦਾ, ਲੇਕਿਨ ਇਹਦੇ ਔੜ-ਪੌੜ ਕਰਨ ਵਾਲਾ ਕੋਈ ਯਤਨ ਕਦੇ ਦੱਸਿਆ ਨਹੀਂ। ਹੁਣ ਵਿੱਤ ਵਿਭਾਗ ਵੱਲੋਂ ਇੱਕ ਪ੍ਰਪੋਜ਼ਲ ਰੈਡੀ ਕੀਤੀ ਗਈ, ਜਿਹੜੀ ਮੁੱਖ ਮੰਤਰੀ ਨੂੰ ਭੇਜ ਦਿੱਤੀ ਗਈ ਆ, ਜਿਹਦੇ ਵਿੱਚ ਕਰਜ਼ਾ ਘਟਾਉਣ ਲਈ, ਕਰਜ਼ੇ ਨੂੰ ਤਰਕਸੰਗਤ ਤਰੀਕੇ ਨਾਲ ਐਡਰੈਸ ਕਰਨ ਲਈ ਮਾਹਿਰਾਂ ਦੀਆਂ ਸੇਵਾਵਾਂ ਲੈਣ ਦਾ ਸੁਝਾਅ ਦਿੱਤਾ ਗਿਆ। ਐਕਸਪਰਟਸ, ਇਹ ਕੰਸਲਟੈਂਸੀ ਸਰਵਿਸਿਜ਼ ਇਹਨੂੰ ਸ਼ਾਇਦ ਕਹਿੰਦੇ ਨੇ, ਤੇ ਇਹ ਉਹਨਾਂ ਲੋਕਾਂ ਦੀਆਂ ਸੇਵਾਵਾਂ ਦੇ ਨਾਲ ਇਹਨੂੰ ਕਿਵੇਂ ਐਡਰੈਸ ਕੀਤਾ ਜਾਣਾ, ਇੱਥੇ ਗੱਲ ਕਰਦੇ ਆ। ਦੂਜਾ ਮਾਮਲਾ, 올ਡ ਪੈਨਸ਼ਨ ਸਕੀਮ, ਪੁਰਾਣੀ ਸਕੀਮ ਪੈਨਸ਼ਨ ਦੀ ਜਿਹੜੀ ਬੰਦ ਕਰਤੀ ਗਈ ਸੀ, ਉਹਨੂੰ ਲਾਗੂ ਕਰਨ ਲਈ ਦਾਅਵਾ ਕੀਤਾ ਸੀ, ਨੋਟੀਫਿਕੇਸ਼ਨ ਹੋਇਆ ਸੀ। 4 ਹੋਰ ਰਾਜਾਂ ਨੇ ਵੀ ਇਸੇ ਤਰ੍ਹਾਂ ਦੇ ਪ੍ਰਾਵਧਾਨ ਕੀਤੇ ਸੀ। ਹੁਣ ਇੱਕ ਵਫਦ ਉਹਨਾਂ 4 ਰਾਜਾਂ 'ਚ ਜਾ ਕੇ ਸਟੱਡੀ ਕਰੇਗਾ ਕਿ ਕੀ ਹੋ ਸਕਦਾ, ਪੁਰਾਣੀ ਪੈਨਸ਼ਨ ਕਿਵੇਂ ਬਹਾਲ ਕੀਤੀ ਜਾ ਸਕਦੀ। ਇੰਦਰਪ੍ਰੀਤ ਜੀ ਤੋਂ ਜਾਣਕਾਰੀ ਲੈਣੇ ਆ। ਵੈਸੇ ਸਭ ਤੋਂ ਅਹਿਮ ਮਾਮਲਾ ਜਿਹੜਾ ਤੁਹਾਡੇ ਨਾਲ ਮੇਰੇ ਨਾਲ ਜੁੜਿਆ, ਉਹ ਹੈਗਾ ਸਾਡੀਆਂ ਜਥੇਬੰਦੀਆਂ ਜਦੋਂ ਮਰਜ਼ੀ ਟ੍ਰੇਨ ਰੋਕ ਲੈਂਦੀਆਂ, ਸੜਕ ਰੋਕ ਲੈਂਦੀਆਂ। ਅੱਜ 1 ਵਜੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਰੇਲਾਂ ਰੋਕਣੀਆਂ ਨੇ। ਆਖਿਰ ਕਾਰਨ ਕੀ ਆ? ਲੰਘੇ ਦਿਨ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਦਿੱਲੀ ਕਟੜਾ ਐਕਸਪ੍ਰੈਸ ਵੇ ਤੇ ਜ਼ਮੀਨ ਅਕਵਾਇਰ ਕਰਨ ਦਾ ਮਾਮਲਾ ਆਉਂਦਾ, ਜਿੱਥੇ ਧੂਕ ਸੀਟ ਹੁੰਦੀ ਪੁਲਿਸ ਵੱਲੋਂ, ਪੱਗਾਂ ਉਤਰਦੀਆਂ ਨੇ, ਜਨਾਨੀਆਂ ਦੇ ਲੱਫੜ ਮਾਰਨ ਦੀ, ਥੱਪੜ ਮਾਰਨ ਦੀ ਫੋਟੋ ਬਾਹਰ ਆਉਂਦੀ ਆ। ਇਸ ਸਵਾਲ ਨੇ ਜਦੋਂ ਵੱਡੇ ਹੋ ਕੇ ਅੱਗੇ ਆਉਣਾ ਤਾਂ ਇਹਦੀ ਪਿੱਠ ਭੂਮੀ 'ਚ ਕੀ ਪਿਆ, ਇਹਦੀ ਜੜ 'ਚ ਕੀ ਪਿਆ, ਲੋਕ ਬੇਜ਼ਾਰ ਕਿਉਂ ਨੇ, ਲੋਕ ਪਰੇਸ਼ਾਨ ਕਿਉਂ ਨੇ, ਬੇਚੈਨੀਆਂ ਕਿਉਂ ਨੇ, ਇਹ ਬਹੁਤ ਵੱਡਾ ਮਾਮਲਾ। ਇੱਕ ਵਾਰੀ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਚੇਅਰਮੈਨ ਨੇ, ਜਿਹੜੇ ਪੰਜਾਬ ਨਾਲ ਸੰਬੰਧਿਤ ਸੀ, ਅੱਜ ਕੱਲ੍ਹ ਚੀਫ ਸੈਕਟਰੀ ਨੇ ਇੱਕ ਸਟੇਟ ਦੇ, ਉਹਨਾਂ ਨੇ ਇਹ ਜ਼ਿਕਰ ਕੀਤਾ ਸੀਗਾ ਕਿ ਪੰਜਾਬ ਬਹੁਤ ਵੱਡੀ ਗਲਤੀ ਕਰ ਰਿਹਾ, ਸਾਡੇ ਕਲੈਕਟਰ ਰੇਟ ਬੜੇ ਅਹਿਮ ਹੁੰਦੇ ਆ। ਮੰਡੀ ਬੋਰਡ ਨੂੰ ਫਾਈਨਾਂਸ ਵਿਭਾਗ ਤੋਂ ਪੈਸੇ ਚਾਹੀਦੇ, ਜਿਹੜਾ ਮੰਡੀ ਬੋਰਡ ਸਾਰੇ ਵਿਭਾਗਾਂ ਲਈ ਪੈਸੇ ਦਾ ਇੰਤਜ਼ਾਮ ਕਰਦਾ ਰਿਹਾ। ਜਦੋਂ ਸਰਕਾਰ ਮੁਸ਼ਕਲ 'ਚ ਹੋਵੇ, ਮੰਡੀ ਬੋਰਡ ਤੋਂ ਲੈ ਲਓ। ਹੁਣ ਉਹਨੂੰ ਹੱਥ ਅੱਡਣੇ ਪੈ ਰਹੇ ਆ। ਤੇ ਕੀ ਸੀਬੀਆਈ ਦੀ ਜਾਂਚ ਹੋਊਗੀ ਹੁਣ ਸਿੰਜਾਈ ਘੁਟਾਲੇ 'ਚ, ਇਰੀਗੇਸ਼ਨ ਸਕੈਮ 'ਚ, ਜਿਹਦੇ ਵਿੱਚ ਕਈ ਆਈਐਸ ਅਫਸਰਾਂ ਤੇ ਮੰਤਰੀਆਂ ਦੇ ਨਾਮਾਂ ਦਾ ਜ਼ਿਕਰ ਹੁੰਦਾ ਰਿਹਾ। ਇਹ ਜੂੰ ਦੀ ਤੋਰੇ ਤੁਰਨ ਵਾਲੇ ਕੇਸ ਖੜੇ ਕਿਉਂ ਰਹਿੰਦੇ ਆ? ਸਭ ਤੋਂ ਪਹਿਲਾਂ ਇੰਦਰਪ੍ਰੀਤ ਜੀ, ਆਪਾਂ ਉਹ ਡੀਪੀਸੀ ਵਾਲਾ ਮਾਮਲਾ ਤੇ ਮੁੱਖ ਮੰਤਰੀ ਸਾਹਿਬ ਦਾ ਇੰਨਾ ਕਿ ਧਿਆਨ 'ਚ ਲਿਆ ਕੇ ਛੱਡ ਦਿੰਦੇ ਆ ਕਿ ਫਾਈਲਾਂ ਤੇ ਝਾਤੀ ਮਾਰਿਓ, ਤੁਹਾਡੀ ਸਹਿਮਤੀ ਨਾਲ ਨਾ ਗਏ ਜਾਂ ਆਪਣੇ ਆਪ ਹੀ ਚਲੇ ਜਾਂਦੇ ਹੁੰਦੇ ਆ। ਇੱਕ ਤਾਂ 2 ਸਵਾਲ ਤੁਹਾਡੇ ਹੈਗੇ ਰੰਧਾਵਾ ਸਾਹਿਬ। ਪਹਿਲਾਂ ਤਾਂ ਇਹ ਜਿਹੜਾ ਪੀਸੀਐਸ ਤੋਂ ਆਈਐਸ ਬਣਨ ਦਾ ਹੈਗਾ, ਉਹਦੇ ਵਿੱਚ ਦੇਖੋ ਪਰਸੋਂ ਇੱਕ ਡੀਪੀਸੀ ਸੀ ਦਿੱਲੀ ਦੇ ਵਿੱਚ ਯੂਪੀਐਸਸੀ ਦੇ ਆਫਿਸ 'ਚ, ਤੇ ਮੈਨੂੰ ਜੋ ਮੇਰੇ ਸੋਰਸਸ ਨੇ ਦੱਸਿਆ ਕਿ ਉਹ ਹੋਈ ਨਹੀਂ, ਕਿਉਂਕਿ ਉਹਦੇ 'ਚ ਇੱਕ ਨਾਮ ਇਹੋ ਜਿਹਾ ਸੀ ਜਿਹਦੇ ਉੱਤੇ ਜਿਹਦੀਆਂ ਫਾਈਲਸ ਕਲੀਅਰ ਨਹੀਂ ਹੈ, ਜਿਹਦੇ ਉੱਤੇ ਬਹੁਤ ਸਾਰੀਆਂ ਸ਼ਿਕਾਇਤਾਂ ਅਜੇ ਵੀ ਪੈਂਡਿੰਗ ਨੇ। ਪਰ ਕਿਉਂਕਿ ਉਹ ਰਿਟਾਇਰਮੈਂਟ ਦੇ ਬਿਲਕੁਲ ਰਿਟਾਇਰ ਹੋ ਚੁੱਕੇ ਹੈ, ਔਰ ਕਿਉਂਕਿ ਪੋਸਟ ਉਹਨਾਂ ਦੀ ਪਿਛਲੇ ਸਾਲਾਂ ਦੀ ਹੈ ਜਦੋਂ ਉਹ ਸਰਵਿਸ 'ਚ ਸੀਗੇ, ਤਾਂ ਕਰਕੇ ਉਹਨਾਂ ਨੂੰ ਕੰਸੀਡਰ ਕੀਤਾ ਹੋਇਆ ਹੈ।
ਪਰ ਕਿਸੇ ਵੀ ਦਾਗੀ ਅਫਸਰ ਨੂੰ ਕੰਸੀਡਰ ਨਹੀਂ ਕੀਤਾ ਜਾ ਸਕਦਾ। ਇਹ ਯੂਪੀਐਸਸੀ ਦਾ ਇੱਕ ਜਿਹਨੂੰ ਆਪਾਂ ਕਹਿੰਦੇ ਪਰੰਪਰਾ ਬਣੀ ਹੋਈ ਹੈ ਕਿ ਕਿਸੇ ਵੀ ਜਿਹਦਾ ਜਿਹੜਾ ਕੈਰੀਅਰ ਹੈ ਉਹ ਦਾਗਦਾਰ ਹੈ ਉਸ ਨੂੰ ਫਿਰ ਨਹੀਂ ਲੈਂਦੇ ਉਹ ਆਈਏਐਸ ਦੇ ਵਿੱਚ, ਤੇ ਉਹਦੇ ਕਰਕੇ ਉਹ ਰੁਕ ਗਿਆ। ਤੇ ਮੈਨੂੰ ਇਹ ਵੀ ਕਿਸੇ ਨੇ ਦੱਸਿਆ ਸੀਗਾ ਕਿ ਉੱਥੇ ਪੰਜਾਬ ਦੇ ਜਿਹੜੇ ਅਧਿਕਾਰੀ ਗਏ ਨੇ, ਚਾਹੇ ਉਹ ਪਰਸੋਨਲ ਦੇ ਹੋਣ ਚਾਹੇ ਚੀਫ ਸੈਕਟਰੀ ਸਾਹਿਬ ਹੋਣ, ਉਹਨਾਂ ਨੂੰ ਕਿਹਾ ਵੀ ਹੈ ਵੀ ਇਸ ਤਰ੍ਹਾਂ ਦੇ ਨਾਂ ਤੁਸੀਂ ਕਿਉਂ ਲੈ ਕੇ ਆ ਰਹੇ ਹੋ। ਤੇ ਮੈਨੂੰ ਲੱਗਦਾ ਕਿ ਕਿਉਂਕਿ 8 ਪੋਸਟਾਂ ਨੇ ਔਰ ਹਜੇ ਸਿਰਫ ਇੱਕੋ ਹੀ ਪੋਸਟ ਦੇ ਉੱਤੇ ਗਿਆ ਸੀ, ਇਸ ਕਰਕੇ ਕਿਉਂ ਰਿਟਾਇਰ ਹੋ ਰਹੇ ਨੇ। ਆਉਣ ਵਾਲੇ ਟਾਈਮ ਦੇ ਵਿੱਚ ਸ਼ਾਇਦ ਇਹ 8 ਪੋਸਟਾਂ ਦੇ ਉੱਤੇ ਨਵੇਂ ਨਾਂ ਜਾਣਗੇ। ਇਹ ਪੋਸਟ ਤਾਂ ਮੈਨੂੰ ਲੱਗਦਾ ਉਹਨਾਂ ਨੂੰ ਵਾਪਸ ਹੀ ਲੈਣੀ ਪਏਗੀ, ਜਾਂ ਇਹ ਨਾਂ ਤਾਂ ਉਹਨਾਂ ਨੂੰ ਵਾਪਸ ਲੈਣਾ ਪਏਗਾ, ਇਹ ਨਾਂ ਜਾ ਨਹੀਂ ਸਕਣਾ। ਦੂਜੀ ਗੱਲ ਜਿਹੜੀ ਤੁਸੀਂ ਇਹਦੇ ਚ ਇੱਕ ਚੀਜ਼ ਮੈਂ ਐਡ ਕਰ ਦਿਆਂ ਕਿ ਜਿਹੜੇ ਅਧਿਕਾਰੀ ਦਾ ਜ਼ਿਕਰ ਹੋ ਰਿਹਾ ਉਹ ਆਲਰੇਡੀ ਰਿਟਾਇਰ ਹੋ ਚੁੱਕੇ ਆ। ਕਰਪਸ਼ਨ ਦੇ ਚਾਰਜਸ ਵੀ ਉਹਨਾਂ ਤੇ ਸੀਗੇ। ਹਾਈ ਕੋਰਟ ਤੱਕ ਰਾਹਤ ਨਹੀਂ ਸੀ ਮਿਲੀ, ਸੁਪਰੀਮ ਕੋਰਟ ਚੋਂ ਰਾਹਤ ਮਿਲਦੀ ਆ। ਦੂਜੇ ਮਾਮਲੇ 'ਚ ਇਹ ਵੀ ਸਵਾਲ ਆ ਕਿ ਜਦੋਂ ਚੀਫ ਸੈਕਟਰੀ ਸਾਹਿਬ ਦਾ ਆਪਣਾ ਐਕਸਟੈਂਸ਼ਨ ਦਾ ਕੇਸ ਕੇਂਦਰ ਕੋਲੇ ਪਿਆ ਤੇ ਇਹੋ ਜਿਹੇ ਮਾਮਲਿਆਂ ਦੇ ਵਿੱਚ ਉਹਨਾਂ ਨੂੰ ਸਵਾਲ ਜਵਾਬ ਜੇ ਕੀਤੇ ਗਏ, ਇਹ ਤਾਂ ਉਹ ਦੱਸ ਸਕਦੇ ਆ ਕਿ ਕੀ ਉਹਨਾਂ ਨੂੰ ਸਵਾਲਾਂ ਦੇ ਘੇਰੇ 'ਚ ਲਿਆਂਦਾ ਗਿਆ, ਕਿਉਂਕਿ ਆਖਿਰਕਾਰ ਤਾਂ ਸਟੇਟ ਦਾ ਪ੍ਰਸ਼ਾਸਨਿਕ ਮੁਖੀ ਚੀਫ ਸੈਕਟਰੀ ਹੁੰਦਾ। ਰਿਕਮੈਂਡੇਸ਼ਨ ਤਾਂ ਭਾਵੇਂ ਸਿਆਸੀ ਹੋਣ ਕੋਈ ਹੋਣ, ਚੀਫ ਸੈਕਟਰੀ ਦੇ ਰਾਹੀਂ ਜਾਣੀਆਂ ਨੇ। ਸੋ ਕੀ ਚੀਫ ਸੈਕਟਰੀ ਸਾਹਿਬ ਨੂੰ ਐਕਸਟੈਂਸ਼ਨ ਤੋਂ ਹੁਣ ਤੱਕ ਕਿਸੇ ਤਰ੍ਹਾਂ ਦੀ ਉਮੀਦ ਬਣੀ ਹੈ? ਮੇਰੇ ਸੋਰਸਸ ਦੱਸਦੇ ਆ ਕਿ ਅਜੇ ਕੋਈ ਹਿਲਜੁਲ ਨਹੀਂ ਹੋਈ ਔਰ ਬਹੁਤੀ ਹਿਲਜੁਲ ਹੋਣ ਦੀ ਸੰਭਾਵਨਾ ਵੀ ਨਹੀਂ ਹੈ। ਔਰ ਐਸੀ ਸਥਿਤੀ ਦੇ ਵਿੱਚ ਇਸ ਮਾਮਲੇ ਨੂੰ ਕਿਵੇਂ ਲਿਆ ਜਾਵੇ, ਇਹ ਮੁੱਖ ਮੰਤਰੀ ਸਾਹਿਬ ਦੇਖਣ। ਇਹ ਚੀਫ ਸੈਕਟਰੀ ਸਾਹਿਬ ਇਹਦੇ ਤੇ ਕੋਈ ਜੇ ਦੱਸ ਸਕਣਗੇ, ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਨੌਕ ਕਰਨ ਦੀ। ਖੈਰ ਦੂਜਾ ਮਾਮਲਾ ਬੜਾ ਅਹਿਮ ਆ ਕਿ ਪੰਜਾਬ ਕਰਜ਼ ਥੱਲੇ ਡੁੱਬਿਆ, ਲੇਕਿਨ ਜੇ ਸਰਕਾਰ ਕੁਝ ਔੜ-ਪੌੜ ਕਰਨ ਲੱਗੀ, ਇਹਦੇ ਨਤੀਜੇ ਕੀ ਆਉਣ ਵਾਲੇ? ਜਿਹੜੇ ਤੁਸੀਂ ਇਹ ਗੱਲ ਚੀਫ ਸੈਕਟਰੀ ਵਾਲੀ ਕੀਤੀ, ਚੀਫ ਸੈਕਟਰੀ ਜਿਹੜਾ ਹੈਗਾ ਪਰਸੋਨਲ ਡਿਪਾਰਟਮੈਂਟ ਦਾ ਸੈਕਟਰੀ ਵੀ ਹੈ, ਇਸ ਕਰਕੇ ਉਹਨੂੰ ਜਾਣਾ ਹੀ ਪੈਂਦਾ ਇਹ ਲੈ ਕੇ ਕੇਸਿਸ ਸਾਰੇ। ਠੀਕ ਹੈ ਕਿ ਕਿਉਂਕਿ ਮਿਨਿਸਟਰ ਉਹਨਾਂ ਦੇ ਜਿਹੜੇ ਹੁੰਦੇ ਆ ਮੁੱਖ ਮੰਤਰੀ ਹੁੰਦੇ ਆ, ਇਸ ਕਰਕੇ ਮੁੱਖ ਮੰਤਰੀ ਦੀ ਸਲਾਹ ਤੋਂ ਬਿਨਾਂ ਤਾਂ ਕੋਈ ਵੀ ਨਹੀਂ ਜਾਂਦਾ। ਜਿਨ੍ਹਾਂ ਦੇ ਨਾਂ ਕਲੀਅਰ ਕਰਦੇ ਆ, ਜੋ ਫਾਈਲ ਥੱਲੋਂ ਆਉਂਦੀ ਆ ਕਲੀਅਰ ਤਾਂ ਉਹੀ ਕਰਦੇ ਆ। ਸੋ ਗਏ ਉਹਨਾਂ ਦੇ ਹੀ ਹੈ। ਇੱਕ ਪੋਸਟ ਲਈ 3 ਨਾਂ ਜਾਂਦੇ, ਤੇ ਮੈਨੂੰ ਲੱਗਦਾ ਕਿ ਇਸ ਦੇ ਉੱਤੇ ਥੋੜਾ ਜਿਹਾ ਹਜੇ ਅੜਚਨ ਹੈਗੀ ਹੈ, ਇਹ ਹਜੇ ਮਤਲਬ ਕਲੀਅਰ ਨਹੀਂ ਹੋਇਆ। ਦੂਜੀ ਤੁਸੀਂ ਕਰਜ਼ੇ ਦੀ ਗੱਲ ਕੀਤੀ, ਦੇਖੋ ਇਹ ਬਹੁਤ ਸੀਰੀਅਸ ਮਾਮਲਾ ਹੈ। ਪੰਜਾਬ ਦੇ ਖਾਸ ਤੌਰ ਤੇ ਪੰਜਾਬ ਦੇ ਉੱਤੇ 3,21,000 ਕਰੋੜ ਦਾ ਕਰਜ਼ਾ ਹੋ ਜਾਏਗਾ ਜਦੋਂ ਅਸੀਂ 31 ਮਾਰਚ 2024 ਤੱਕ ਫਾਈਨੈਂਸ਼ੀਅਲ ਈਅਰ ਐਂਡ ਕਰਾਂਗੇ। ਸੋ ਅੱਜ ਦੀ ਡੇਟ 'ਚ ਇਹ ਇਕੱਲਾ 3,21,000 ਕਰੋੜ ਨਹੀਂ ਹੈ, ਇਹ 3,21,000 ਕਰੋੜ ਤਾਂ ਉਹ ਕਰਜ਼ਾ ਹੈ ਜਿਹੜਾ ਖਜ਼ਾਨੇ 'ਚੋਂ ਦੇਣਾ, ਯਾਨੀ ਜਿਹਦੀ ਅਸੀਂ ਮਨਜ਼ੂਰੀ ਵਿਧਾਨ ਸਭਾ 'ਚੋਂ ਲੈਂਦੇ ਹਾਂ। ਇਸ ਤੋਂ ਇਲਾਵਾ ਵੀ ਜਿਹੜੇ ਕਰਜ਼ੇ ਹੈਗੇ ਆ, ਜਿਵੇਂ ਤੁਸੀਂ ਅੱਜ ਹੀ ਪਹਿਲਾਂ ਆਪਣੇ ਸਟਾਰਟਿੰਗ 'ਚ ਹੀ ਕਰ ਰਹੇ ਸੀਗੇ ਕਿ ਮੰਡੀ ਬੋਰਡ ਦਾ ਕਰਜ਼ਾ ਹੈਗਾ, ਉਹ ਇਸ ਕਰਜ਼ੇ 'ਚ ਸ਼ਾਮਲ ਨਹੀਂ ਹੈ, ਉਹ ਅਲੱਗ ਕਰਜ਼ਾ ਹੈ। ਆਰਡੀਏ ਰੂਰਲ ਡਿਵੈਲਪਮੈਂਟ ਬੋਰਡ ਦਾ ਕਰਜ਼ਾ ਹੈ, ਉਹ ਇਹਦੇ 'ਚ ਸ਼ਾਮਲ ਨਹੀਂ ਹੈ, ਉਹ ਅਲੱਗ ਹੈ। ਇਸੇ ਤਰ੍ਹਾਂ ਹੀ ਬਿਜਲੀ ਬੋਰਡ ਦਾ ਜਿਹੜਾ ਕਰਜ਼ਾ ਉਹ ਇਹਦੇ 'ਚ ਸ਼ਾਮਲ ਨਹੀਂ ਹੈ, ਉਹ ਅਲੱਗ ਹੈ। ਇਹ ਸਾਰੇ ਕਰਜ਼ਿਆਂ ਦੇ ਉੱਤੇ ਗਵਰਨਮੈਂਟ ਨੇ ਆਪਣੀ ਜਾਮਨੀ ਭਰੀ ਹੋਈ ਹੈ। ਮਤਲਬ ਜੇ ਬੋਰਡ ਕੱਲ ਨੂੰ ਮੰਡੀ ਬੋਰਡ ਜਿਸ ਤਰ੍ਹਾਂ ਦੀ ਉਹਦੀ ਹਾਲਤ ਹੋ ਗਈ ਹੈ, ਜਾਂ ਰੂਰਲ ਡਿਵੈਲਪਮੈਂਟ ਬੋਰਡ ਜਿਨ੍ਹਾਂ ਦੀ ਹਾਲਤ ਇਦਾਂ ਦੀ ਹੋ ਗਈ ਹੈ ਕਿ ਉਹਨਾਂ ਕੋਲ 4,000 ਕਰੋੜ ਰੁਪਏ ਪਿੱਛੋਂ ਨਹੀਂ ਆ ਰਿਹਾ ਗਵਰਨਮੈਂਟ ਆਫ ਇੰਡੀਆ ਤੋਂ, ਡਿਫਾਲਟ ਹੋਣ ਦੇ ਕਿਨਾਰੇ ਤੇ ਖੜੇ ਨੇ ਜੀ, ਜੇ ਉਹ ਨਹੀਂ ਭਰਦੇ ਤਾਂ ਉਹ ਕਰਜ਼ੇ ਸਾਰੇ ਦੇ ਸਾਰੇ ਜਿਹੜੇ ਹੈਗੇ ਆ ਉਹ ਸਟੇਟ ਗਵਰਨਮੈਂਟ ਨੂੰ ਭਰਨੇ ਪੈਣੇ, ਕਿਉਂਕਿ ਸਟੇਟ ਗਵਰਨਮੈਂਟ ਨੇ ਜ਼ਮਾਨਤ ਲਿੱਤੀ ਹੋਈ ਆ ਉਹਨਾਂ ਦੀ। ਦੂਜੀ ਗੱਲ ਜਿਹੜੀ ਤੁਸੀਂ ਕਿਹਾ ਵੀ ਇਸ ਤੇ ਕੰਸਲਟੈਂਸੀ ਸਰਵਿਸਿਜ਼ ਦਿੱਤੀਆਂ ਜਾਂਦੀਆਂ, ਦੇਖੋ ਬਹੁਤ ਸਾਰਾ ਕਰਜ਼ਾ ਕਿਉਂਕਿ ਸਾਲਾਂ ਬੱਧੀ ਲੌਂਗ ਟਰਮ ਕਰਜ਼ੇ ਹੁੰਦੇ ਨੇ, ਤੇ ਉਹ ਉਸ ਟਾਈਮ ਦੇ ਕਰਜ਼ੇ ਨੇ ਜਿਹੜੀ ਬਹੁਤ ਹਾਇਰ ਰੇਟਸ ਤੇ ਦਿੱਤੇ ਹੋਏ ਨੇ। ਹੁਣ ਮਾਰਕੀਟ ਦੇ ਵਿੱਚ ਜਿਹੜੇ ਕਰਜ਼ੇ ਨੇ ਉਹ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸਸਤੀ ਦਰਾਂ ਤੇ ਮਿਲ ਰਹੇ ਨੇ। ਸੋ ਇਹ ਕਿੱਥੋਂ ਮਿਲਨੇ ਨੇ, ਕਿਵੇਂ ਮਿਲਨੇ ਨੇ, ਇਹ ਸਾਰੀਆਂ ਲਈ ਕੰਸਲਟੈਂਸੀ ਸਰਵਿਸਿਜ਼ ਦੀਆਂ ਜਿਹੜੀਆਂ ਕੰਪਨੀਆਂ ਹੈਗੀਆਂ ਨੇ ਉਹ ਦੱਸਦੀਆਂ ਨੇ। ਉਹਨਾਂ ਨੇ ਮਾਰਕਫੈਡ ਲਈ ਕੰਮ ਕੀਤਾ ਪਿੱਛੇ ਜੇ, ਹੁਣ ਜਿਹੜਾ ਕਿਉਂਕਿ ਮਾਰਕਫੈਡ ਦੇ ਵਿੱਚ ਬਹੁਤ ਕਰਜ਼ਾ ਹੈਗਾ। ਜਿਹੜਾ ਆਟਾ ਦਾਲ ਸਕੀਮ ਤੁਹਾਨੂੰ ਯਾਦ ਹੋਊਗਾ ਬਾਲ ਸਾਹਿਬ ਵੇਲੇ ਚਲਾਈ ਸੀ, 2-3 ਸਾਲ ਚਲਾਈ, ਤਾਂ ਉਹਨੇ ਇਹ ਸਾਰੀਆਂ ਜਿਹੜੀਆਂ ਕਾਰਪੋਰੇਸ਼ਨਾਂ ਸੀ ਉਹਨੂੰ ਇੰਨੇ ਕਰਜ਼ੇ ਥੱਲੇ ਲਿਆਤਾ ਕਿ ਉਹ ਕਰਜ਼ੇ ਹਜੇ ਤੱਕ ਵੀ ਖਤਮ ਨਹੀਂ ਹੋ ਸਕੇ। ਸੋ ਕਰਜ਼ਿਆਂ ਨੂੰ ਕਿਸ ਤਰ੍ਹਾਂ ਘਟਾਉਣਾ ਹੈਗਾ, ਇਹ ਸਰਵਿਸਿਜ਼ ਲਈ ਗਵਰਨਮੈਂਟ ਨੇ ਸੇਵਾਵਾਂ ਲੈਣੀਆਂ ਨੇ। ਉਹਦੇ ਲਈ ਫਾਈਨਾਂਸ ਡਿਪਾਰਟਮੈਂਟ ਇੱਕ ਪੂਰਾ ਨੋਟ ਜਿਹੜਾ ਹੈਗਾ ਉਹ ਮੁੱਖ ਮੰਤਰੀ ਨੂੰ ਭੇਜਿਆ ਹੈਗਾ ਕਿ ਉਹ ਇਸ ਤੇ ਮਨਜ਼ੂਰੀ ਦੇਣ, ਜਿਹਦੇ ਵਿੱਚ ਮਤਲਬ ਇਹ ਸਰਵਿਸਿਜ਼ ਹਾਇਰ ਕਰਨੀਆਂ ਕਿ ਨਹੀਂ ਕਰਨੀਆਂ, ਕਰਾਂਗੇ ਤਾਂ ਕਿੰਨਾ ਸਾਨੂੰ ਲਾਭ ਹੋ ਜਾਏਗਾ। ਕਿਉਂਕਿ ਅੱਜ ਸਾਡਾ ਵਿਆਜ ਹੀ ਰੰਧਾਵਾ ਸਾਹਿਬ 22-23 ਹਜ਼ਾਰ ਕਰੋੜ ਦੇ ਨੇੜੇ ਤੇੜੇ ਪਹੁੰਚ ਚੁੱਕਿਆ ਹੈ।
ਜਿਹੜਾ 3,21,000 ਕਰੋੜ ਦਾ ਕਰਜ਼ਾ ਹੈ। ਮੈਂ ਬਾਰ-ਬਾਰ ਉਹੀ ਗੱਲ ਕਰਦਾ ਕਿ ਹੁਣ ਅਸੀਂ ਕਰਜ਼ ਦੇ ਜਾਲ ਵਿੱਚ ਫਸ ਗਿਆ। ਜੇ ਤੁਹਾਨੂੰ 13ਵੇਂ ਫਾਈਨਾਂਸ ਕਮਿਸ਼ਨ ਦੀ ਰਿਪੋਰਟ ਦਾ ਯਾਦ ਹੋਵੇ ਤਾਂ ਉਹਨਾਂ ਨੇ ਪੂਰੇ ਕੰਟਰੀ 'ਚ ਇਦਾਂ ਦੀਆਂ 3 ਸਟੇਟਾਂ ਉਹ ਕੀਤੀਆਂ ਸੀਗੀਆਂ ਮਾਰਕ, ਜਿਹੜੇ ਕਰਜ਼ ਜਾਲ ਦੇ ਵਿੱਚ ਫਸ ਚੁੱਕੇ ਆ। ਉਹਨਾਂ 'ਚ ਵੈਸਟ ਬੰਗਾਲ ਇੱਕ ਸੀ, ਕੇਰਲਾ ਇੱਕ ਸੀ ਤੇ ਤੀਜਾ ਪੰਜਾਬ ਸੀ। ਲੇਕਿਨ 14ਵੇਂ ਫਾਈਨਾਂਸ ਕਮਿਸ਼ਨ ਨੇ ਫਿਰ ਆ ਕੇ ਕੇਰਲਾ ਤੇ ਪੱਛਮੀ ਬੰਗਾਲ ਇਹ ਦੋਨਾਂ ਨੂੰ ਬਾਹਰ ਕੱਢਤਾ, ਕਿਉਂਕਿ ਉਹਨਾਂ ਨੇ ਜਿਹੜੇ ਸੁਝਾਅ ਫਾਈਨਾਂਸ ਕਮਿਸ਼ਨ ਨੇ ਦਿੱਤੇ ਸੀ ਕਿ ਤੁਸੀਂ ਕਰਜ਼ ਜਾਲ ਚੋਂ ਬਾਹਰ ਕਿਵੇਂ ਆ ਸਕਦੇ ਹੋ, ਇਹ ਦੋਨੋਂ ਸਟੇਟਾਂ ਨੇ ਉਸ ਤੇ ਨਿੱਟ ਕੇ ਕੰਮ ਕੀਤਾ ਤੇ ਉਸ ਤੋਂ ਬਾਹਰ ਹੋ ਗਏ। ਲੇਕਿਨ ਪੰਜਾਬ ਉਸ ਤੋਂ ਵੀ ਜ਼ਿਆਦਾ ਕਰਜ਼ ਜਾਲ ਦੇ ਵਿੱਚ ਫਸਦਾ ਜਾ ਰਿਹਾ ਹੈ। ਹੁਣ ਸਾਡਾ ਮਤਲਬ ਹਾਲਤ ਇਹ ਹੋ ਗਈ ਹੈ ਕਿ ਜਿੰਨਾ ਅਸੀਂ ਕਰਜ਼ਾ ਲੈ ਸਕਦੇ ਹਾਂ ਉਸ ਤੋਂ ਜ਼ਿਆਦਾ ਅਸੀਂ ਵਿਆਜ ਤੇ ਮੂਲ ਚੁਕਾਉਣਾ ਹੁੰਦਾ ਹੈ। ਸੋ ਇਹਨੂੰ ਕਰਜ਼ ਜਾਲ ਕਹਿੰਦੇ ਆ ਵੀ ਇੰਨਾ ਤੱਕ ਮਤਲਬ ਅਸੀਂ ਆਪਣੇ ਕੋਲੋਂ ਪੈਸੇ ਪਾ ਕੇ ਕਰਜ਼ੇ ਦੀ ਵਿਆਜ ਅਦਾਇਗੀ ਕਰਨੀ ਹੈ। ਜੇ ਅਸੀਂ 22,000 ਕਰੋੜ ਕਰਜ਼ਾ ਲੈ ਸਕਦੇ ਹਾਂ ਤਾਂ 23,000 ਕਰੋੜ ਦਾ ਅਸੀਂ ਵਿਆਜ ਦੇਣਾ ਹੈ। ਸੋ ਤੁਸੀਂ ਦੇਖੋ ਵੀ ਸਾਡੀ ਹਾਲਾਤ ਕਿੱਦਾਂ ਦੀ ਹੋ ਗਈ ਹੈ। ਇਸੇ ਤਰ੍ਹਾਂ ਹੀ ਮੈਂ ਤੁਹਾਨੂੰ ਕੱਲ ਸ਼ਾਇਦ ਕਿਹਾ ਸੀਗਾ ਕਿ ਸਬਸਿਡੀ ਦਾ ਬੋਝ ਵੀ ਸੇਮ ਹੀ ਹੈ। GST ਸਾਡਾ 18-19,000 ਕਰੋੜ ਰੁਪਏ ਹੈ, ਲੇਕਿਨ ਜਿਹੜਾ ਸਬਸਿਡੀ ਹੈ ਉਹ ਸਾਡੀ 21,000 ਕਰੋੜ ਦੇ ਨੇੜੇ ਤੇੜੇ ਪਹੁੰਚ ਗਈ ਹੈ, ਜੋ ਰਫਲੀ ਫਿਗਰਸ ਹੁਣ ਕਿਉਂਕਿ ਨਵੀਆਂ ਬਿਜਲੀ ਦੀਆਂ ਦਰਾਂ ਆਈਆਂ ਨੇ ਉਸ ਤੋਂ ਬਾਅਦ FD ਜਿਹੜਾ ਹੈਗਾ ਉਹ ਆਕਲਨ ਕਰ ਰਿਹਾ ਨਵੇਂ ਸਿਰੇ ਤੋਂ, ਤਾਂ 900 ਕਰੋੜ ਰੁਪਏ ਦੀ ਉਹ ਬਣੂਗੀ ਤੇ 20,243 ਕਰੋੜ ਦੀ ਤਾਂ ਤੁਹਾਨੂੰ ਯਾਦ ਹੋਊਗਾ ਬਜਟ ਦੇ ਵਿੱਚ ਹੀ ਐਸਟੀਮੇਟ ਕੀਤਾ ਹੈ। 900 ਕਰੋੜ ਅਗਰ ਇਹ ਵੱਧ ਜਾਂਦਾ ਤਾਂ 21,000 ਕਰੋੜ ਹੋ ਗਿਆ ਤੇ ਸਾਡਾ GST ਦਾ ਟੋਟਲ ਹੈਗਾ ਉਹ 19,000 ਕਰੋੜ ਹੈ। ਤੇ ਤੁਸੀਂ ਦੇਖੋ ਅਸੀਂ ਆਮਦਨੀ ਨਾਲੋਂ ਜ਼ਿਆਦਾ ਸਬਸਿਡੀ ਤੇ ਕਰਜ਼ ਨਾਲੋਂ ਜ਼ਿਆਦਾ ਉਹਦਾ ਵਿਆਜ ਅਦਾ ਕਰ ਰਹੇ ਹਾਂ ਤੇ ਸਾਡੀ ਹਾਲਾਤ ਕੀ ਹੈ, ਕਿਸ ਤਰ੍ਹਾਂ ਅਸੀਂ ਡਿਵੈਲਪਮੈਂਟ ਦੇ ਕੰਮਾਂ ਕਾਰਾਂ ਤੇ ਪੈਸਾ ਲਗਾਵਾਂਗੇ, ਇਹ ਬਹੁਤ ਚਿੰਤਾਜਨਕ ਗੱਲ ਹੈ। ਮੈਨੂੰ ਲੱਗਦਾ ਕਿ ਇਹਨੂੰ ਹੁਣ ਨਹੀਂ ਆ ਗਿਆ, ਟਾਈਮ ਤਾਂ ਬਹੁਤ ਪਹਿਲਾਂ ਤੋਂ ਹੀ ਇਹ ਚੱਲ ਰਿਹਾ ਕਿ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਘੱਟੋ ਘੱਟ ਇਸ ਇਸ਼ੂ ਤੇ ਇੱਕ ਮਤ ਹੋਣਾ ਚਾਹੀਦਾ ਹੈ। ਚਾਹੇ ਇਹਦੇ ਲਈ ਵਿਧਾਨ ਸਭਾ ਦੇ ਵਿੱਚ ਕੋਈ ਸਪੈਸ਼ਲ ਸੈਸ਼ਨ ਬੁਲਾਓ ਔਰ ਜੋ ਵੀ ਡਿਸੀਜਨ ਲੈਣੇ ਨੇ ਉਹ ਸਾਰੀਆਂ ਪੋਲੀਟੀਕਲ ਪਾਰਟੀਆਂ ਉਸ ਤੇ ਸਹਿਮਤ ਹੋਣ। ਇਹ ਨਾ ਹੋਵੇ ਕਿ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਕੋਈ ਡਿਸੀਜਨ ਲੈ ਰਹੀ ਹੈ ਤਾਂ ਉਸ ਤੇ ਅਗਲੀ ਜਿਹੜੀ ਸਰਕਾਰ ਆਏ ਉਹਨੂੰ ਰੋਲ ਬੈਕ ਕਰ ਲੇ, ਤਾਂ ਫਿਰ ਮੈਨੂੰ ਲੱਗਦਾ ਕਿ ਜਿਹੜਾ ਫਿਰ ਇਹ 4-5 ਸਾਲ ਕੰਮ ਕੀਤਾ ਹੋਊਗਾ ਉਹ ਸਾਰਾ ਪਾਣੀ 'ਚ ਫਿਰ ਜੂਗਾ। ਇਹ ਲੌਂਗ ਟਰਮ ਹੁੰਦੇ ਆ, ਜਿਸ ਤਰ੍ਹਾਂ ਵੈਸਟ ਬੰਗਾਲ ਤੇ ਕੇਰਲਾ ਨੇ ਕਦਮ ਉਠਾਏ ਨੇ, ਇਸ ਤਰ੍ਹਾਂ ਦੇ ਕਦਮ ਸਾਨੂੰ ਉਠਾਣੇ ਪੈਣੇ। ਮੁੱਖ ਮੰਤਰੀ ਜਾਂ ਸਿਆਸੀ ਲੋਕ ਕਹਿਣਗੇ ਕਿ ਸਟੇਟ ਤਾਂ ਵੈਲਫੇਅਰ ਲਈ ਹੁੰਦੀ ਆ, ਇਹ ਕਾਰਪੋਰੇਟ ਵਾਂਗ ਕੰਮ ਨਹੀਂ ਕਰ ਸਕਦੀ। ਬਿਲਕੁਲ ਠੀਕ ਹੈ ਕਿ ਇਸ ਵੇਲੇ ਜੇ ਇਹ ਸਰਵਿਸਿਜ਼ ਲਈਆਂ ਜਾਣ, ਕਿਸ ਤਰੀਕੇ ਨਾਲ ਫੰਡਿੰਗ ਹੋਣੀ ਆ, ਮੁੱਖ ਮੰਤਰੀ ਇੱਥੇ ਵੀ ਨਿੱਠ ਕੇ ਕੰਮ ਕਰਨ। ਜਿਵੇਂ ਕੈਪਟਨ ਅਮਰਿੰਦਰ ਸਿੰਘ ਦੇ ਵੇਲੇ ਕੁਝ ਮੰਤਰੀਆਂ ਦਾ ਸੁਰੇਸ਼ ਕੁਮਾਰ ਨਾਲ ਇਸੇ ਗੱਲ ਤੇ ਹੀ ਪੇਚਾ ਫਸ ਗਿਆ ਸੀ ਕਿ ਤੁਸੀਂ ਸਾਨੂੰ 5-10 ਕਰੋੜ ਵੱਧ ਦੇ ਦਿਓ ਸਾਡੇ ਹਲਕੇ ਲਈ, ਅਸੀਂ ਇਲੈਕਸ਼ਨ 'ਚ ਜਾਣਾ। ਸੋ ਜਿਹੜੇ ਪੈਸੇ ਦਿੱਤੇ ਜਾਂਦੇ ਆ ਭਾਸਕਰ ਸਾਹਿਬ ਇਸ ਤਰ੍ਹਾਂ ਦੇ ਵਿਕਾਸ ਲਈ, ਕੀ ਉਹ ਵਿਕਾਸ ਲਈ ਲੱਗਦੇ ਨੇ? ਕੀ ਅਸੀਂ ਇੱਟਾਂ ਪੁੱਟ ਕੇ ਸਿੱਧੀਆਂ ਕਰਕੇ ਪੁੱਠੀਆਂ ਕਰਕੇ ਨਾਲੀਆਂ ਦੇ ਵਿੱਚ ਉੱਥੇ ਗਰਕ ਕਰੀ ਜਾਂਦੇ? ਪੈਸੇ ਦੀ ਦੁਰਵਰਤੋਂ ਦਾ ਮਾਮਲਾ ਵੀ ਹੈ ਔਰ ਬਹੁਤ ਸਾਰੇ ਮਾਮਲਿਆਂ 'ਚ ਇਹ ਪੈਸਾ ਇੰਨਾ ਪਾਣੀ ਵਾਂਗ ਵਹਾਤਾ ਜਾਂਦਾ ਜਿਹਦੀ ਕੋਈ ਜ਼ਰੂਰਤ ਨਹੀਂ ਹੁੰਦੀ। ਇੱਥੇ ਸਿਆਣੀ ਪਲੈਨਿੰਗ ਦੀ ਲੋੜ ਆ। ਵੈਸੇ ਜਦੋਂ ਆਪਾਂ ਵੈਲਫੇਅਰ ਸਟੇਟ ਦੀ ਗੱਲ ਕਰਦੇ ਆ, 올ਡ ਪੈਨਸ਼ਨ ਸਕੀਮ ਇੱਕ ਇਹੋ ਜਿਹਾ ਕਦਮ ਹੈ ਜਿਹੜਾ ਸਾਡੀ ਵਿੱਤੀ ਹਾਲਤ ਦੇ ਸਾਹਮਣੇ ਬਹੁਤ ਬੁਰੀ ਤਰ੍ਹਾਂ ਫਸਾਉਣ ਵਾਲਾ ਹੈ। ਤੇ ਜੇਕਰ ਹੁਣ ਸਰਕਾਰ ਇਹਦੇ ਉੱਤੇ ਨਜ਼ਰਸਾਨੀ ਲਈ ਬਾਕੀ ਸਟੇਟਾਂ ਵੱਲ ਵੇਖਣਾ ਚਾਹੁੰਦੀ ਆ, ਬਾਕੀ ਸਟੇਟਾਂ ਦੇ ਸੋਰਸਸ ਹੋਰ ਹੋਣਗੇ, ਸਾਡੇ ਸੋਰਸਸ ਜਿਹੜੇ ਹੋਰ ਨੇ, ਸਾਡੇ ਕਰਜ਼ੇ ਹੋਰ ਨੇ, ਸਾਡੇ ਬਾਕੀ, ਇਹਨੂੰ ਕਿਵੇਂ ਤੁਸੀਂ ਐਡਰੈਸ ਕਰਦੇ ਹੋ ਕਿ ਅਸੀਂ ਨਕਲ ਮਾਰ ਕੇ ਇਹਨਾਂ ਚੀਜ਼ਾਂ ਨੂੰ ਇੰਪਲੀਮੈਂਟ ਕਰ ਸਕਾਂਗੇ? ਜੀ ਬਿਲਕੁਲ, ਜਿੱਥੇ ਤੱਕ ਕਰਜ਼ੇ ਦੀ ਗੱਲ ਕਰੀਏ ਉਹਦੇ ਵਿੱਚ ਮੈਂ 2 ਗੱਲਾਂ ਜ਼ਰੂਰ ਕਰਨਾ ਚਾਹਾਂਗਾ। ਪਿਛਲੇ ਕਈ ਸਾਲਾਂ ਤੋਂ ਆਪਾਂ ਕਰਜ਼ੇ ਦੇ ਚੱਕਰ 'ਚ ਫਸੇ ਹੋਏ ਹਾਂ। ਇਹਨੂੰ ਆਪਾਂ ਵਿਸ਼ਿਅਸ ਸਰਕਲ ਕਹਿੰਦੇ ਆ ਕਿ ਵੀ ਸਾਡੀ ਆਮਦਨੀ ਇੰਨੀ ਹੈ ਨਹੀਂ ਪਰ ਸਾਡਾ ਖਰਚਾ ਜ਼ਿਆਦਾ ਹੈਗਾ, ਜਿਹਦੇ ਕੇਸ ਅੱਜ ਕੱਲ੍ਹ ਆਪਾਂ ਕਈ ਕਾਂਗਰਸ ਦੇ ਵਿਧਾਇਕਾਂ ਦੇ ਉੱਤੇ ਵੀ ਪਾ ਰਹੇ ਹਾਂ। ਹੁਣ ਇਹ ਕੇਸ ਸਰਕਾਰ ਦੇ ਉੱਤੇ ਵੀ ਪੈਂਦਾ ਹੈ, ਡਿਸਪ੍ਰਪੋਰਸ਼ਨੇਟ ਅਸੈਟ ਦਾ। ਜੇ ਤੁਸੀਂ ਆਪਣੀ ਕਮਾਈ ਤੋਂ ਜ਼ਿਆਦਾ ਖਰਚ ਕਰ ਰਹੇ ਹੋ ਤੇ ਉਹਦਾ ਇੰਤਜ਼ਾਮ ਨਹੀਂ ਹੈ। ਪਿਛਲੇ ਦਿਨਾਂ ਦੇ ਵਿੱਚ ਇਲੈਕਸ਼ਨ ਕਮਿਸ਼ਨ ਨੇ ਇੱਕ ਰਿਫਾਰਮ ਦੀ ਗੱਲ ਕੀਤੀ ਸੀ। ਗੱਲ ਉੱਠੀ ਜ਼ਰੂਰ ਸੀ ਕਿ ਕੋਈ ਵੀ ਪੋਲੀਟੀਕਲ ਪਾਰਟੀ ਕਿਸੇ ਵੀ ਤਰੀਕੇ ਦੇ ਵੈਲਫੇਅਰ ਦੇ ਵਾਅਦੇ ਕਰਦੇ ਆ ਤੇ ਉਹਨਾਂ ਨੂੰ ਨਾਲ ਦੇ ਨਾਲ ਸਰਕਾਰ ਬਣਨ ਤੋਂ ਬਾਅਦ ਪੈਸਾ ਕਿੱਥੋਂ ਲੈ ਕੇ ਆਓਗੇ ਉਹਦਾ ਵੀ ਬਲੂਪ੍ਰਿੰਟ ਦੇਣਾ ਪਏਗਾ। ਪਰ ਇਹ ਗੱਲਾਂ ਉੱਠਦੀਆਂ, ਉੱਠ ਕੇ ਬਾਅਦ ਚੋਂ ਖਤਮ ਹੋ ਜਾਂਦੀਆਂ। ਸਰਕਾਰਾਂ ਏਦਾਂ ਹੀ ਚੱਲਦੀਆਂ। ਜਦ ਸਰਕਾਰਾਂ ਦੇ ਪ੍ਰਤੀਨਿਧੀਆਂ ਨੂੰ ਤੁਸੀਂ ਗੱਲ ਕਰੋ ਤਾਂ ਕਹਿੰਦੇ ਬਈ
ਸਰਕਾਰ ਦਾ ਤੇ ਕੰਮ ਹੀ ਇਹ ਹੁੰਦਾ ਹੈ ਵੀ ਲੋਨ ਲੈ ਕੇ ਆਪਣਾ ਕਿਸੇ ਵੀ ਤਰੀਕੇ ਨਾਲ, ਹਰ ਸਰਕਾਰ ਦਾ ਬਜਟ ਇੱਕ ਡੈਫਿਸਿਟ ਬਜਟ ਹੁੰਦਾ ਹੈ। ਹੁਣ ਗੱਲ ਚੱਲ ਰਹੀ ਹੈ ਇੱਕ ਏਜੰਸੀ ਦੀ, ਇੱਕ ਪ੍ਰਾਈਵੇਟ ਏਜੰਸੀ ਦੀ ਕੰਸਲਟੈਂਟ ਦੀ ਸਰਵਿਸਿਜ਼ ਲੈਣ ਦੀ। ਹੁਣ ਉਸ ਸਰਵਿਸਿਜ਼ ਦੇ ਕਿੰਨੇ ਖਰਚੇ ਹੋਣਗੇ ਇਹ ਵੀ ਇੱਕ ਪੁਆਇੰਟ ਹੈਗਾ। ਜੇ ਤੁਸੀਂ 200-400 ਕਰੋੜ ਉਹਨੂੰ ਹੀ ਦੇ ਦਿੱਤਾ ਤੇ ਫਿਰ ਕਰਜ਼ਾ ਵਧਾ ਲਿਆ। ਆਪਣੇ ਆਪ ਵਿੱਚ ਜਿਹੜੀ ਵੀ ਚੀਜ਼ ਕਰਨੀ ਚਾਹੀਦੀ ਹੈ ਸਭ ਨੂੰ ਪਤਾ ਹੁੰਦਾ ਵੀ ਸਾਡੇ ਕੋਲ ਕਿੰਨਾ ਪੈਸਾ, ਔਰ ਖਾਸ ਕਰਕੇ ਵਿੱਤ ਮੰਤਰੀ ਨੂੰ ਤਾਂ ਚੰਗੀ ਤਰ੍ਹਾਂ ਗੱਲ ਪਤਾ ਹੁੰਦੀ ਹੈ। ਇਸ ਮੁੱਦੇ ਦੇ ਉੱਤੇ ਪਿਛਲੀ ਸਰਕਾਰਾਂ ਦੇ ਵਿੱਚ ਤੁਹਾਨੂੰ ਯਾਦ ਹੋਏਗਾ, ਅਕਾਲੀ ਸਰਕਾਰ ਦੇ ਵਿੱਚ ਅਕਸਰ ਐਲੀਗੇਸ਼ਨ ਲੱਗਦੇ ਸੀ ਵੀ ਫਲਾਨੀ ਬਿਲਡਿੰਗ ਵੇਚਤੀ, ਜਲੰਧਰ ਦੀ ਜੇਲ੍ਹ ਵੇਚਤੀ, ਵਨੀਤਾ ਗਾਂਧੀ ਆਸ਼ਰਮ ਵੇਚਤਾ ਮਤਲਬ ਬੈਂਕਾਂ ਦੇ ਵਿੱਚ ਪਲੈਜ ਕਰਤਾ ਤੇ ਉਹਦੇ ਉੱਤੇ ਲੋਨ ਲੈਤਾ। ਆਰਡੀਐਫ ਦਾ ਮੁੱਦਾ ਵੀ ਇਹੀ ਸੀਗਾ ਕਿ ਆਰਡੀਐਫ ਦੇ ਮੁੱਦੇ ਦੇ ਉੱਤੇ ਅਗਲੇ ਸਾਲਾਂ ਦੀ ਹੋਣ ਵਾਲੀ ਇਨਕਮ ਦੇ ਉੱਤੇ ਕੈਪਟਨ ਸਰਕਾਰ ਨੇ ਲੋਨ ਲੈ ਕੇ ਕਿਸਾਨਾਂ ਦੇ ਲੋਨ ਮਾਫ ਕੀਤੇ। ਹੁਣ ਐਦਾਂ ਦੀ ਚੀਜ਼ਾਂ ਅੱਗੇ ਤੁਰਦੀ ਰਹਿਣਗੀਆਂ ਤੇ ਮੈਨੂੰ ਲੱਗਦਾ ਸੂਬੇ ਦਾ ਕੁਝ ਨਹੀਂ ਬਣਨਾ। ਗੱਲ ਕਰੀਏ 올ਡ ਪੈਨਸ਼ਨ ਸਕੀਮ ਦੀ, ਮੈਂ ਭਾਸਕਰ ਸਾਹਿਬ ਉਹਦੇ ਚ ਇੱਕ ਲਾਈਨ ਜੋੜਦੇ ਆ ਕਿ ਜਦੋਂ 31,000 ਕਰੋੜ ਵਰਗੇ ਬਿਨਾਂ ਸਿਰ ਪੈਰ ਦੇ, ਬਿਨਾਂ ਲੌਜਿਕ ਵਾਲੇ ਕਰਜ਼ੇ ਤੁਸੀਂ ਐਕਸੈਪਟ ਕਰ ਲੋਗੇ, ਸਵੀਕਾਰ ਕਰ ਲੋਗੇ ਵੀ ਜੇ ਮੰਨ ਲਓ ਉਹਦੇ ਵਿੱਚ 3 ਪੱਧਰਾਂ ਦੇ ਉੱਤੇ ਵੰਡੇ ਜਾ ਸਕਦੇ ਸੀ, ਸਿਧਾਂਤਕ ਸਹਿਮਤੀਆਂ ਹੋ ਗਈਆਂ ਤੇ ਤੁਸੀਂ ਪਰ ਇੱਕੋ ਘੁਰਕੀ ਦੇ ਉੱਤੇ ਮੰਨ ਲਿਆ ਸਾਡੇ ਖਾਤੇ 'ਚ ਪਾ ਦਿਓ ਜੀ, ਸਾਡੇ ਕਰਜ਼ ਵਿੱਚ ਤਬਦੀਲ ਕਰ ਦਿਓ। ਕੀ ਇਹੋ ਜਿਹੇ ਮਾਮਲਿਆਂ 'ਚ ਮੌਜੂਦਾ ਸਰਕਾਰ ਜ਼ਿੰਮੇਵਾਰੀਆਂ ਤੈਅ ਕਰਨ ਵੱਲ ਵਧੂ, ਜਿੱਥੇ ਜਿੱਥੇ ਇਸ ਤਰ੍ਹਾਂ ਦੇ ਲੋਨ, ਬੇਲੋੜੇ ਜਿਹੜੇ ਕਰਜ਼ ਨੇ, ਬੇਲੋੜੇ ਖਰਚੇ ਨੇ, ਪਿਛਲੇ 10 ਸਾਲਾਂ ਦਾ ਆਡਿਟ ਕਰਾਓ, ਕਿਉਂ ਨਹੀਂ ਕਰਾਉਂਦੇ? ਉਸ ਆਡਿਟ ਦੇ ਵਿੱਚ ਜਾਂ ਵੱਖ-ਵੱਖ ਮੌਕਿਆਂ ਦੇ ਉੱਤੇ ਬੇਹਯਾਈ ਨਾਲ ਕੀਤੇ ਗਏ ਖਰਚਾਂ ਨੂੰ ਲਿਆਓ, ਲੋਕਾਂ ਦੇ ਸਾਹਮਣੇ ਰੱਖੋ, ਜਵਾਬਦੇਹੀਆਂ ਤੈਅ ਕਰੋ। ਜਿਹੜੇ ਸਿਵਲ ਸਰਵੈਂਟ ਨੇ, ਬਿਊਰੋਕਰੇਟ ਨੇ, ਪੋਲੀਟੀਸ਼ੀਅਨ ਨੇ, ਜਿਨ੍ਹਾਂ ਨੇ ਵੀ ਉੱਥੇ ਘੁੱਗੀ ਮਾਰੀ ਆ, ਸਾਈਨ ਕੀਤੇ ਨੇ, ਜੇ ਕੈਬਨਿਟ ਦੇ ਵਿੱਚ ਕੋਈ ਫੈਸਲਾ ਲਿਆ ਗਿਆ, ਕੈਬਨਿਟ ਨੂੰ ਕਟਹਿਰੇ 'ਚ ਖੜਾ ਕਰੋ, ਦੱਸੋ ਤਾਂ ਸਹੀ। ਇਹਨੂੰ ਤਾਂ ਕਹਿੰਦੇ ਨੇ ਨਾ ਕਿ ਵਾਈਟ ਪੇਪਰ ਲਿਆਉਣਾ। ਹੁਣ ਇਹ ਪੇਪਰ ਕੌਣ ਲਿਆਊਗਾ? ਇੱਥੇ ਕਹਿਤਾ ਜੀ ਉਹ ਤਾਂ ਐਡਜਸਟਮੈਂਟ ਹੋ ਗਈ 31,000 ਕਰੋੜ ਦੀ, ਹੁਣ ਉੱਤੇ ਕੀ ਕਰਨਾ ਜੀ? ਕੇਂਦਰ ਨੇ 6,000 ਕਰੋੜ ਰੁਪਇਆ ਸਾਡਾ ਐਡਜਸਟ ਕਰਤਾ ਸੀ। ਤੁਸੀਂ 31,000 ਕਰੋੜ ਦੇ ਵਿੱਚੋਂ 30,000 ਕਰੋੜ ਦੇ ਵਿੱਚੋਂ ਸਿਰਫ 6,000 ਨੂੰ ਰੋਵੋਗੇ। ਤੁਸੀਂ ਇਹ ਕਿਉਂ ਨਹੀਂ ਮੰਨਦੇ ਕਿ ਗਲਤੀਆਂ ਕਿੱਥੇ ਹੋਈਆਂ? ਜੇਕਰ ਕੋਈ ਕੇਂਦਰ ਦੇ ਨਿਯਮ ਸੀ ਕਿ ਇੰਨੇ ਦੇ ਉੱਤੇ ਹੀ ਤੁਸੀਂ ਢੋਆ ਢਵਾਈ ਕਰਾਉਣੀ ਆ ਤੇ ਤੁਹਾਡੀ ਸਟੇਟ ਦੇ ਵਿੱਚ ਉਹਨੇ 'ਚ ਨਹੀਂ ਸੀ ਤੁਹਾਨੂੰ ਮਿਲ ਰਹੀ ਆਵਾਜਾਈ ਦੇ ਸਾਧਨ, ਟਰੱਕ ਨਹੀਂ ਸੀ ਮਿਲ ਰਹੇ, ਬਾਕੀ ਤੁਸੀਂ ਕੇਂਦਰ ਨੂੰ ਉਦੋਂ ਚਿੱਠੀ ਪੱਤਰ ਕਰਦੇ ਕਿ ਤੁਹਾਡੀ ਆ ਸਪੈਸੀਫਿਕੇਸ਼ਨ ਗਲਤ ਹੈ, ਸਾਨੂੰ ਇਹ ਤੇ ਵੱਧ ਖਰਚੇ ਕਰਨੇ ਪੈਣੇ। ਤੁਸੀਂ ਇਹ ਕਹਿ ਕੇ ਨਹੀਂ ਸਾਰ ਸਕਦੇ ਕਿ ਨਹੀਂ ਜੀ ਬਾਕੀ ਸਟੇਟਾਂ ਨਾਲੋਂ ਸਾਡੇ ਰੇਟਾਂ ਦਾ ਫਰਕ ਸੀ, ਉੱਥੇ ਹੀ ਫਰਕ ਆਇਆ। ਸੋ ਜ਼ਿੰਮੇਵਾਰੀਆਂ ਤੈਅ ਕਰਨ ਵੱਲ ਵਧਣਾ ਚਾਹੀਦਾ। ਹੁਣ 올ਡ ਪੈਨਸ਼ਨ ਸਕੀਮ ਤੇ ਆ ਜਾਓ ਜਰਾ ਜੀ। ਪਹਿਲੇ 올ਡ ਪੈਨਸ਼ਨ ਸਕੀਮ ਤੋਂ ਪਹਿਲੇ ਤੁਸੀਂ ਗੱਲ ਛੇੜਤੀ 31,000 ਕਰੋੜ ਦੀ। ਬਾਕੀ ਇਹ ਬੜੀ ਅਜੀਬ ਜੀ ਗੱਲ ਹੈਗੀ ਹੈ। ਪਿਛਲੀ ਸਰਕਾਰ ਤੋਂ ਪਹਿਲੇ ਯਾਨੀ ਕੈਪਟਨ ਅਮਰਿੰਦਰ ਸਿੰਘ ਦੀ ਜਦ 2017 ਦੇ ਵਿੱਚ ਸਰਕਾਰ ਬਣੀ ਸੀ, ਕਥਿਤ ਤੌਰ ਤੇ ਅਕਾਲੀ ਭਾਜਪਾ ਦੀ ਸਰਕਾਰ ਨੇ ਜਾਂਦੇ ਇਹ ਲੋਨ ਦੇ ਰੂਪ ਵਿੱਚ ਪੰਜਾਬ ਜਾਂ ਪੰਜਾਬੀਆਂ ਦੇ ਲੋਕਾਂ ਦੇ ਸਿਰਾਂ ਦੇ ਉੱਤੇ ਝਾੜ ਦਿੱਤਾ ਸੀਗਾ। ਨਵੀਂ ਸਰਕਾਰ ਆਉਂਦੀ ਉਹ ਪ੍ਰਵਾਨਗੀ ਦੇ ਦਿੰਦੀ ਹੈ, ਉਹ ਵੀ ਉਹ ਲੋਨ ਐਕਸੈਪਟ ਕਰਦੀ ਹੈ ਤੇ ਕਿਸ਼ਤਾਂ ਦੇਣੀ ਸ਼ੁਰੂ ਕਰ ਦਿੰਦੀ ਹੈ। ਤੇ ਇਹ ਸਰਕਾਰ ਆਉਣ ਤੋਂ ਬਾਅਦ ਤੁਹਾਡੀ ਗੱਲ ਠੀਕ ਹੈ ਕਿ ਹੋਣਾ ਤੇ ਇਹ ਚਾਹੀਦਾ ਸੀਗਾ ਵੀ ਉਹਨਾਂ ਦਿਨਾਂ ਦੇ ਵਿੱਚ 31,000 ਕਰੋੜ ਰੁਪਏ ਦਾ ਘਪਲਾ ਕਿੱਥੇ ਹੋਇਆ। ਉਹ ਜਿਹੜੇ ਜਾਖੜ ਸਾਹਿਬ ਮੋਟਰਸਾਈਕਲ ਲੈ ਕੇ ਅਸੈਂਬਲੀ 'ਚ ਪਹੁੰਚੇ ਸੀ, ਉਹਦਾ ਕੋਈ ਨੰਬਰ ਨੋਟ ਕੋਈ ਸਿਰੇ ਤੋਂ ਕੋਈ ਇਨਵੈਸਟੀਗੇਸ਼ਨ ਕਰਨ ਦੀ ਕੋਸ਼ਿਸ਼ ਕਰਦੇ ਤੇ ਸ਼ਾਇਦ ਕਿੱਥੇ ਪਹੁੰਚਦੇ ਵੀ। ਪਰ ਇਸ ਸਰਕਾਰ ਨੇ ਵੀ ਪਿਛਲੇ ਦਿਨਾਂ ਦੇ ਵਿੱਚ ਇਹੀ ਆਪਣੀ ਅਚੀਵਮੈਂਟ ਵਜੋਂ ਅੱਗੇ ਗੱਲ ਤੋਰੀ ਕਿ ਅਸੀਂ ਉਹ 31,000 ਕਰੋੜ ਰੁਪਏ ਦਾ ਕਰਜ਼ਾ ਐਨੇ ਸੰਤ ਸ਼ਾਇਦ 2032 ਦੀ ਗੱਲ ਹੋਈ ਸੀ ਤਦ ਤੱਕ ਉਤਾਰ ਦਾਂਗੇ, ਆਪਾਂ ਕਿਸ਼ਤਾਂ ਬੜੇ ਵਧੀਆ ਤਰੀਕੇ ਨਾਲ ਦੇ ਰਹੇ ਹਾਂ। ਪਰ ਉਹਦੀ ਇਨਵੈਸਟੀਗੇਸ਼ਨ ਦੀ ਗੱਲ ਕਿੱਥੇ ਵੀ ਨਹੀਂ ਹੋਈ। ਹੁਣ ਆਉਂਦੇ ਆ 올ਡ ਪੈਨਸ਼ਨ ਸਕੀਮ ਦੇ ਮੁੱਦੇ ਤੇ। ਤੁਹਾਨੂੰ ਯਾਦ ਹੋਏਗਾ ਭਗਵੰਤ ਮਾਨ ਜੀ ਗਏ ਸੀਗੇ ਜਰਮਨੀ ਤੋਂ ਜਦ ਆਏ ਵਾਪਸ, ਹਜੇ ਜੁਰਾਬਾ ਵੀ ਨਹੀਂ ਲਾਈ ਸੀ, ਹੁਕਮ ਹੋਇਆ ਕਿ 올ਡ ਪੈਨਸ਼ਨ ਸਕੀਮ ਅਨਾਉਂਸ ਕਰ ਦਿਓ ਕਿਉਂਕਿ ਗੁਜਰਾਤ ਦੇ ਵਿੱਚ ਇਲੈਕਸ਼ਨ ਹੈ। ਅਨਾਉਂਸ ਕਰਤੀ ਉਹ ਸਕੀਮ ਕਿ ਵੀ ਪੰਜਾਬ ਦੇ ਵਿੱਚ ਲਾਗੂ ਹੋਏਗੀ 올ਡ ਪੈਨਸ਼ਨ ਸਕੀਮ। ਉਸ ਤੋਂ ਮਹੀਨੇ 2 ਮਹੀਨੇ ਬਾਅਦ ਇੱਕ ਨੋਟੀਫਿਕੇਸ਼ਨ ਜਿਹਾ ਜਾਰੀ ਹੋਇਆ ਕਿਉਂਕਿ ਗੁਜਰਾਤ ਦੇ ਵਿੱਚ ਬਹੁਤਾ ਕੁਝ ਲੱਭਿਆ ਨਹੀਂ, ਜਿਹਦੇ ਵਾਸਤੇ ਇਹ ਸਕੀਮ ਅਨਾਉਂਸ ਆਨੰਦ ਫਾਨਨ ਦੇ ਵਿੱਚ ਕੀਤੀ ਗਈ ਸੀ ਪੰਜਾਬ ਦੇ ਵਿੱਚ। 2 ਮਹੀਨੇ ਬਾਅਦ ਜਦ ਨੋਟੀਫਿਕੇਸ਼ਨ ਹੋਇਆ, ਉਸ ਨੋਟੀਫਿਕੇਸ਼ਨ ਤੋਂ ਬਾਅਦ ਸਰਕਾਰੀ ਮੁਲਾਜ਼ਮ ਨੋਟੀਫਿਕੇਸ਼ਨ ਨੂੰ ਪੁੱਠਾ ਸਿੱਧਾ ਕਰਕੇ ਦੇਖਦੇ ਸੀ ਵੀ ਇਹਦੇ ਵਿੱਚ ਸਟੈਂਡਰਡ ਆਪਰੇਟਿੰਗ ਸਿਸਟਮ ਕੀ ਹੈ, ਮਤਲਬ ਕਿਸ ਤਰੀਕੇ ਨਾਲ ਸਟੈਂਡਰਡ ਇੰਸਟਰਕਸ਼ਨਸ ਹੁੰਦੀ ਹੈ ਕਿ ਕੀ ਪ੍ਰੋਸੀਜਰ ਹੋਏਗਾ, ਕਿਸ ਤਰੀਕੇ ਨਾਲ 올ਡ ਪੈਨਸ਼ਨ ਸਕੀਮ ਲਾਗੂ ਹੋਏਗੀ, ਜਿਨ੍ਹਾਂ ਨੇ 올ਡ ਪੈਨਸ਼ਨ ਸਕੀਮ ਨੂੰ ਆਪਟ ਕਰਨਾ ਹੈ ਉਹਨਾਂ ਦੇ ਵਾਸਤੇ ਕੀ ਗਾਈਡਲਾਈਨਸ ਹੈ, ਕੁਝ ਵੀ ਨਹੀਂ ਸੀਗਾ। ਫਿਰ ਉਸ ਤੋਂ ਬਾਅਦ ਸਰਕਾਰ ਇੱਕ ਵਾਰ ਫਿਰ ਮੈਦਾਨ ਵਿੱਚ ਆਉਂਦੀ ਹੈ, ਉਹ ਕਹਿੰਦੇ ਨੋਟੀਫਿਕੇਸ਼ਨ ਡਿਟੇਲਡ ਅਸੀਂ ਬਾਅਦ ਚੋਂ ਕਰਾਂਗੇ। ਇੱਕ ਮੁੱਖ ਸਕੱਤਰ ਦੇ ਲੀਡਰਸ਼ਿਪ ਦੇ ਵਿੱਚ ਇੱਕ ਕਮੇਟੀ ਬਣਾ ਦਿੰਦੀ ਹੈ ਕਿ ਪਤਾ ਲਗਾਓ ਪੈਸੇ ਕਿੱਥੋਂ ਲੈ ਕੇ ਆਵਾਂਗੇ। ਯਾਨੀ ਸਰਕਾਰ ਦਾ 올ਡ ਪੈਨਸ਼ਨ ਸਕੀਮ ਦੇ ਉੱਤੇ ਕੰਮ ਕਰਨ ਦਾ ਤਰੀਕਾ ਹੈ ਦੇਖੋ ਕਿ 4-5 ਮਹੀਨੇ ਬਾਅਦ ਤੋਂ ਇੱਕ ਕਮੇਟੀ ਬਣਾਈ ਜਾਂਦੀ ਹੈ,
ਮੁੱਖ ਸਕੱਤਰ ਤੋਂ ਪੁੱਛਿਆ ਜਾਂਦਾ ਵੀ ਤੁਸੀਂ ਲੱਭੋ ਪੈਸੇ ਕਿੱਥੋਂ ਲੈ ਕੇ ਆਵਾਂਗੇ। ਪੈਸਿਆਂ ਦਾ ਹੀ ਤੇ ਰੋਲਾ ਹੈ। ਹੁਣੇ ਪਿਛਲੀ 15 ਮਿੰਟ ਤੋਂ ਜਿਹੜੀ ਚੀਜ਼ ਡਿਸਕਸ ਕਰ ਰਹੇ ਆ, ਲੋਨ ਲੈ ਕੇ ਤੁਸੀਂ ਪੈਸੇ ਲਓਗੇ 올ਡ ਪੈਨਸ਼ਨ ਸਕੀਮ ਵਾਸਤੇ ਵੀ। ਹੁਣ 올ਡ ਪੈਨਸ਼ਨ ਸਕੀਮ ਦੇ ਵਾਸਤੇ ਇੱਕ ਨਵੀਂ ਗੱਲ ਨਿਕਲ ਕੇ ਆਈ ਹੈ, ਕਿਹਾ ਹੈ ਕਿ ਇੱਕ ਸਟੱਡੀ ਟੀਮ ਬਣੇਗੀ, 4 ਸੂਬਿਆਂ ਦੇ ਵਿੱਚ ਜਾਏਗੀ। 4 ਸੂਬੇ ਕਿਹੜੇ? ਉਹ ਜਿਹੜੇ 90% ਤੇ ਕਾਂਗਰਸ ਰੂਲ ਨੇ ਝਾਰਖੰਡ ਨੂੰ ਛੋੜ ਕੇ, ਯਾਨੀ ਰਾਜਸਥਾਨ ਦੇ ਵਿੱਚ ਔਰ ਝਾਰਖੰਡ ਔਰ ਛੱਤੀਸਗੜ੍ਹ ਤੇ ਹਿਮਾਚਲ ਪ੍ਰਦੇਸ਼। ਹਿਮਾਚਲ ਪ੍ਰਦੇਸ਼ ਇੱਕ ਏਦਾਂ ਦਾ ਸੂਬਾ ਹੈ ਜਿਹਦੇ ਵਿੱਚ 올ਡ ਪੈਨਸ਼ਨ ਸਕੀਮ ਹੁਣੇ ਕੁਝ ਮਹੀਨੇ ਪਹਿਲੇ ਉਹਨਾਂ ਨੇ ਲਾਗੂ ਜ਼ਰੂਰ ਕਰਤੀ ਹੈ, ਔਰ 3 ਰੁਪਏ ਲੀਟਰ ਪੈਟਰੋਲ ਡੀਜ਼ਲ ਵੀ ਵਧਾ ਦਿੱਤਾ 올ਡ ਪੈਨਸ਼ਨ ਸਕੀਮ ਦੇ ਵਾਸਤੇ। ਪਰ ਹਜੇ ਵੀ ਉੱਥੇ 올ਡ ਪੈਨਸ਼ਨ ਸਕੀਮ ਲਾਗੂ ਨਹੀਂ ਹੋਈ। ਇਹਨਾਂ ਸੂਬਿਆਂ ਦੇ ਵਿੱਚ ਸਟੱਡੀ ਕਰਨ ਦੀ ਜਾਣ ਦੀ ਲੋੜ ਕੀ ਹੈ? ਮੈਨੂੰ ਲੱਗਦਾ ਹੈ ਵੀ ਇੱਥੇ ਤੁਸੀਂ ਬੈਠੋ ਤੇ ਸਟੱਡੀ ਕਰ ਸਕਦੇ ਹੋ, ਪਰ ਕਈ ਵਾਰ ਟਾਈਮ ਪਾਸ ਕਰਨ ਦੇ ਤਰੀਕੇ ਹੁੰਦੇ ਆ ਸਰਕਾਰਾਂ ਦੇ। 2 ਮਹੀਨੇ ਤੇ ਏਦਾਂ ਹੀ ਗੱਲ ਲੰਘ ਗਈ ਕਿ ਵੀ ਜਾਏਗੀ ਟੀਮਾਂ, ਸਟੱਡੀ ਕਰਕੇ ਆਉਣਗੀਆਂ, ਫਿਰ 2 ਮਹੀਨੇ ਦੇ ਬਾਅਦ ਉਹ ਆਪਣੀ ਰਿਪੋਰਟ ਭੇਜਣਗੀਆਂ। ਉਹ ਰਿਪੋਰਟ ਭੇਜਣ ਤੋਂ ਬਾਅਦ ਉਹ ਜਿਹੜੇ ਮੁੱਖ ਸਕੱਤਰ ਪੈਸੇ ਕਿੱਥੋਂ ਆਉਣਗੇ ਉਹਦੀ ਵੀ ਕੋਈ ਰਿਪੋਰਟ ਆਏਗੀ, ਤੇ ਬਾਅਦ ਚ ਜਾ ਕੇ 올ਡ ਪੈਨਸ਼ਨ ਸਕੀਮ ਜਾਂਦੇ 2027 ਆ ਜਾਣਾ ਹੈ, ਤੇ ਤਦ ਕੋਈ ਫੈਸਲਾ ਕਰਨ ਦੀ ਕੋਈ ਗੱਲ ਅੱਗੇ ਤੁਰ ਸਕਦੀ ਹੈ। ਇੰਦਰਪ੍ਰੀਤ ਜੀ ਕੁਝ ਕਹਿਣਾ ਚਾਹ ਰਹੇ? ਮੈਂ ਇਸੇ ਤੇ ਇਹ ਗੱਲ ਕਰ ਰਿਹਾ ਸੀਗਾ ਕਿ ਜਿਹੜੀ ਗੱਲ ਭਾਸਕਰ ਸਾਹਿਬ ਨੇ ਕਹੀ ਵੀ ਉਹਨਾਂ ਨੇ 3 ਰੁਪਏ ਪੈਟਰੋਲ ਵਧਾਤਾ ਤੇ ਉੱਥੇ ਆ ਜਾਏਗਾ। ਦੇਖੋ, ਲੋਕਾਂ ਦਾ ਹੀ ਪੈਸਾ ਹੈ, ਲੋਕਾਂ ਦੀ ਜੇਬਾਂ ਚੋਂ ਕੱਢਣਾ ਤੇ ਇੱਕ ਜੇਬ ਚੋਂ ਕੱਢ ਕੇ ਦੂਜੀ ਜੇਬ ਚ ਪਾ ਦੇਣਾ। ਤੇ ਮਤਲਬ ਅਸਲ ਚ ਦਿੱਕਤ ਰੰਧਾਵਾ ਸਾਹਿਬ ਇਸ ਸਾਰੇ ਇਸ਼ੂ ਦੇ ਉੱਤੇ ਇਹ ਹੋ ਰਹੀ ਹੈ ਕਿ ਜਿਹੜੀ 2004 ਦੇ ਵਿੱਚ ਸਕੀਮ ਆਈ ਸੀਗੀ ਪੈਨਸ਼ਨ ਵਾਲੀ, ਉਹਦੇ ਤੇ ਜਿਹੜੀ ਆਲਰੇਡੀ ਚੱਲ ਰਹੀ ਸੀ ਉਹਦੇ ਵਿੱਚ ਗੈਪ ਬਹੁਤ ਵੱਡਾ ਹੈ। ਦੇਖੋ, ਜਿਹੜੀ ਪੁਰਾਣੀ ਸਕੀਮ ਸੀ ਉਹਦੇ ਚ ਤੁਸੀਂ ਸਿਰਫ ਉਹਦੇ ਤੁਹਾਨੂੰ ਕੁਝ ਪੇ ਨਹੀਂ ਕਰਨਾ, ਲੇਕਿਨ ਤਾਂ ਉਮਰ ਜਿਹੜੀ ਹੈਗੀ ਹੈ ਜਦ ਤੱਕ ਤੁਸੀਂ ਹੈਗੇ ਹੋ ਜਿੰਦਾ ਹੋ, ਜਾਂ ਉਸ ਤੋਂ ਬਾਅਦ ਤੁਹਾਡੀ ਵਾਈਫ ਹੈ ਉਹ ਹੈ, ਉਹਨਾਂ ਨੂੰ ਵੀ ਪੈਨਸ਼ਨ ਮਿਲਦੀ ਰਹਿਣੀ ਹੈ ਤੇ ਉਹ ਕਾਫੀ ਅੱਛੀ ਹੈਂਡਸਮ ਹੈ। ਮਤਲਬ ਤੁਸੀਂ ਇੱਕ ਚੰਗਾ ਉਹ ਕੰਮ ਗੁਜ਼ਾਰਾ ਆਪਣਾ ਕਰ ਸਕਦੇ ਹੋ। ਪਰ ਜਿਹੜੀ ਨਵੀਂ ਆ ਗਈ ਉਹਦੇ ਚ ਮਿਲਣਾ ਹੀ 3-4 ਹਜ਼ਾਰ ਰੁਪਏ ਹੈ, ਤਾਂ ਉਹਦੇ ਚ ਤੁਸੀਂ ਗੁਜ਼ਾਰਾ ਕਿਵੇਂ ਕਰੋਗੇ? ਇਹ ਬੜੀ ਵੱਡੀ ਦਿੱਕਤ ਹੈ। ਦੂਸਰੀ ਇਹ ਕਿ ਸਾਰੇ ਬੰਦੇ ਆਪਣਾ ਆਪਣਾ ਅੰਸ਼ਦਾਨ ਕਟਵਾਉਂਦੇ ਆ ਇਹਦੇ ਵਿੱਚ, ਹੈ ਨਾ। ਸਾਰੇ EMPLOYEES ਉਹ ਲਗਭਗ ਜਿਹੜਾ ਹੈਗਾ ਇਸ ਟਾਈਮ 1200 ਕਰੋੜ ਰੁਪਏ ਦੇ ਆਸ-ਪਾਸ ਹੈ, ਜੋ ਹੁਣ ਤੱਕ 17,000 ਕਰੋੜ ਰੁਪਇਆ ਜਿਹੜਾ ਹੈਗਾ ਉਹ ਜਮ੍ਹਾਂ ਹੋ ਚੁੱਕਿਆ ਜਿਹੜੀ ਨੈਸ਼ਨਲ ਪੈਨਸ਼ਨ ਫੰਡ ਰੈਗੂਲੇਟਰੀ ਅਥਾਰਟੀ ਹੈਗੀ ਹੈ ਉਹਦੇ ਕੋਲੇ। ਉਹਨੇ ਕਲੀਅਰ ਕੱਟ ਮਨਾ ਕਰਤਾ ਕਿ ਇਹ ਪੈਸਾ ਵਾਪਿਸ ਨਹੀਂ ਦਿੱਤਾ ਜਾਏਗਾ, ਕਿਉਂਕਿ ਤੁਸੀਂ ਸਾਈਨ ਕੀਤੇ ਹੋਏ ਨੇ ਕਿ ਇਹ ਲੌਂਗ ਟਰਮ ਹੈ। ਅਸੀਂ ਕਿਉਂਕਿ ਇਹ ਪੈਸਾ ਮਾਰਕੀਟ ਦੇ ਵਿੱਚ ਇਨਵੈਸਟ ਕੀਤਾ ਹੋਇਆ ਤੇ ਇਹ ਐਦਾਂ ਨਹੀਂ ਹੈ ਕਿ ਹੁਣ ਅਸੀਂ ਮਾਰਕੀਟ ਚੋਂ ਕੱਢ ਲਾਂਗੇ, ਇਹ ਸਾਡੇ ਲਈ ਠੀਕ ਨਹੀਂ। ਸਾਰੀਆਂ ਸਟੇਟਾਂ ਨੇ ਮੰਗਿਆ ਹੋਇਆ ਤੇ ਉਹਨਾਂ ਨੇ ਸਾਰੀਆਂ ਸਟੇਟਾਂ ਨੂੰ ਕਲੀਅਰ ਕੱਟ ਕਰਤਾ ਹੈ। ਪਰ ਤੁਸੀਂ ਇਹ ਦੇਖਿਓ ਕਿ 2024 ਦੇ ਇਲੈਕਸ਼ਨ ਆਂਦੇ ਤੱਕ ਕੋਈ ਨਾ ਕੋਈ ਇਹਦਾ ਇੱਕ ਮਿਡ ਵੇ ਜ਼ਰੂਰ ਨਿਕਲੇਗਾ। ਗਵਰਨਮੈਂਟ ਆਫ ਇੰਡੀਆ ਵੀ ਕੱਢਣਾ ਹੀ ਚਾਹੀਦੀ, ਅਦਰਵਾਈਜ਼ ਉਹਨਾਂ ਨੂੰ ਇਹ ਬੜੀ ਮੁਸ਼ਕਿਲ ਹੋ ਜਾਏਗੀ ਕਾਊਂਟਰ ਕਰਨਾ ਕਿ ਅਸੀਂ ਪੈਨਸ਼ਨ ਲਗਾਉਣਾ ਨਹੀਂ, ਪੁਰਾਣੀ ਪੈਨਸ਼ਨ ਦੇਣਾ ਨਹੀਂ ਚਾਹੁੰਦੇ। ਜਿਹੜੀਆਂ ਪੋਲੀਟੀਕਲ ਪਾਰਟੀਆਂ ਦੂਜੀਆਂ ਨੇ, ਚਾਹੇ ਕਾਂਗਰਸ ਹੈ ਜਾਂ ਆਮ ਆਦਮੀ ਪਾਰਟੀ ਹੈ, ਇਹ ਅਨਾਉਂਸ ਕਰੀ ਜਾ ਰਹੀਆਂ ਨੇ, ਤਾਂ ਸਾਨੂੰ ਕਿਤੇ ਲੋਕ ਸਭਾ ਦੇ ਵਿੱਚ ਡੈਮੇਜ ਹੀ ਨਾ ਬਹੁਤ ਜ਼ਿਆਦਾ ਹੋ ਜਾਏ। ਇਸ ਕਰਕੇ ਮੈਨੂੰ ਲੱਗਦਾ ਕਿ 2024 ਤੋਂ ਪਹਿਲਾਂ ਇਹਦਾ ਕੋਈ ਮਿਡ ਵੇ ਜ਼ਰੂਰ ਨਿਕਲੇਗਾ। ਬਿਲਕੁਲ ਠੀਕ ਹੈ। ਉਹਨਾਂ ਲਈ ਵੀ ਇਲੈਕਸ਼ਨ 'ਚ ਜਾਣਾ ਔਖਾ ਹੈ। ਲੋਕ ਪੁੱਛਣਗੇ ਕਿ ਤੁਸੀਂ ਵਿਲਨ ਬਣੇ ਹੋ, ਅਗਲੇ ਦੇਣਾ ਚਾਹੁੰਦੇ ਆ, ਤੁਸੀਂ ਉਹਨਾਂ ਦਾ ਹੀ ਪੈਸਾ ਉਹਨਾਂ ਨੂੰ ਦੇ ਨਹੀਂ ਰਹੇ, ਤੇ ਇਹ ਇੱਕ ਤਰ੍ਹਾਂ ਨਾਲ ਜੋ ਵੀ ਬਹੁਤ ਮੁਸ਼ਕਲ ਗੇਮ ਹੋ ਜੂਗੀ, ਇਹਦੇ ਤੇ ਫੈਸਲਾ ਹੋ ਜਾਊਗਾ। ਲੇਕਿਨ ਅਗਲਾ ਸਵਾਲ ਬਹੁਤ ਅਹਿਮ ਆ। ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਕਿ ਜਦੋਂ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਚੇਅਰਮੈਨ ਸੁਖਬੀਰ ਸਿੰਘ ਸੰਧੂ ਸੀਗੇ, ਉਸ ਵੇਲੇ ਪੰਜਾਬ ਦੇ ਵਿੱਚ ਰੌਲਾ ਪਿਆ ਸੀਗਾ ਕਿ ਐਕਸਪ੍ਰੈਸ ਵੇ ਜਿਹੜਾ ਦਿੱਲੀ ਤੋਂ ਕਟੜਾ ਤੱਕ ਜਾਣਾ ਸੀ ਉਹ ਵਾਇਆ ਅੰਮ੍ਰਿਤਸਰ ਦੀ ਬਜਾਏ ਜਲੰਧਰੋਂ ਮੋੜ ਲਿਆ। ਉਸ ਰੌਲੇ ਰੱਪੇ 'ਚ ਕਾਫੀ ਮਸ਼ੱਕਤ ਕੀਤੀ ਗਈ, ਬਹੁਤ ਸਾਰੇ ਪੋਲੀਟੀਕਲ ਲੋਕਾਂ ਨਾਲ ਵੀ ਗੱਲਬਾਤ ਹੋਈ। ਉਸੇ ਦੌਰਾਨ ਦੇ ਵਿੱਚ ਇੱਕ ਗੱਲ ਉੱਭਰ ਕੇ ਆਈ। ਸੁਖਬੀਰ ਸਿੰਘ ਸੰਧੂ ਨੇ ਆਪਣੇ ਇੱਕ ਕਰੀਬੀ ਨਾਲ ਇਹ ਜ਼ਿਕਰ ਕੀਤਾ ਕਿ ਸਾਡੇ ਪੰਜਾਬ ਦੇ ਵਿੱਚ ਐਸੀਆਂ ਪ੍ਰੈਕਟਿਸਿਸ ਬਹੁਤ ਨੇ ਜਿਹੜੀਆਂ ਸਾਡੇ ਲੋਕਾਂ ਦਾ ਨੁਕਸਾਨ ਕਰਦੀਆਂ, ਉਹਨਾਂ ਨੂੰ ਫਾਇਦਾ ਕਦੇ ਵੀ ਨਹੀਂ ਹੋ ਸਕਦਾ। ਉਹਦੇ ਵਿੱਚ ਇੱਕ ਕਲੈਕਟਰ ਰੇਟ ਦਾ ਮਾਮਲਾ ਸੀ। ਇੰਦਰਪ੍ਰੀਤ ਜੀ, ਇਸ ਮਾਮਲੇ ਨੂੰ ਐਡਰੈਸ ਕਰੋ। ਕੱਲ ਜਦੋਂ ਜ਼ਮੀਨ ਅਕਵਾਇਰ ਕਰਨ ਲਈ ਬਲਡੋਜ਼ਰ ਤੇ JCB ਮਸ਼ੀਨਾਂ ਚੱਲੀਆਂ ਤੇ ਲੋਕ ਅੱਗੇ ਲੰਮੇ ਪੈ ਗਏ, ਲੋਕਾਂ ਨੂੰ ਖਿੱਚ ਧੂ ਕਰਕੇ ਪੁਲਿਸ ਨੇ ਪਾਸੇ ਵੀ ਕੀਤਾ। ਇੱਕ ਥੱਪੜ ਮਾਰਦੇ ਹੋਏ ਜਾਂ ਥੱਪੜ ਮਾਰਨ ਦੀ ਸਥਿਤੀ 'ਚ ਇੱਕ ਔਰਤ ਵੱਲ ਆਲ ਰਹੇ ਕਿਸੇ ਕਾਂਸਟੇਬਲ ਦੀ ਫੋਟੋ ਜਾਂ ASI, ਮੈਨੂੰ ਪਤਾ ਨਹੀਂ,
ਔਰ ਇਸੇ ਤਰ੍ਹਾਂ ਇੱਕ ਦੀ ਦਸਤਾਰ ਬਜ਼ੁਰਗ ਦੀ ਉਤਰੀ ਹੋਈ ਹੈ ਤੇ ਇੱਕ ਨੂੰ ਲੱਤਾਂ ਬਾਹਾਂ ਤੋਂ ਫੜ ਕੇ ਧਰੋਇਆ ਜਾ ਰਿਹਾ। ਉਧਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਅੱਜ 1 ਵਜੇ ਤੋਂ ਰੇਲਾਂ ਰੋਕਣ ਦਾ ਨਵਾਂ ਪ੍ਰੋਗਰਾਮ ਦਿੱਤਾ ਹੈ। ਇਹ ਸਾਰੀਆਂ ਚੀਜ਼ਾਂ ਹੋ ਕੀ ਰਹੀਆਂ ਸਾਡੇ ਇੱਥੇ, ਜੋ ਵਾਪਰਦਾ ਹੈ ਇਹਨੂੰ ਕਿਵੇਂ ਐਡਰੈਸ ਕਰੀਏ, ਇਹਨਾਂ ਚੀਜ਼ਾਂ ਨੂੰ ਅੱਗੇ ਵਧਾਓ ਜਰਾ। ਰੰਧਾਵਾ ਸਾਹਿਬ, ਇਹ ਜਿਹੜਾ ਪ੍ਰੋਜੈਕਟ ਹੈਗਾ 35,000 ਕਰੋੜ ਰੁਪਏ ਦਾ ਪ੍ਰੋਜੈਕਟ ਹੈ ਜਿਹੜਾ ਕਟਰਾ ਤੋਂ ਦਿੱਲੀ ਲਈ ਬਣ ਰਿਹਾ, ਜਿਹੜਾ ਤੁਸੀਂ ਅੰਮ੍ਰਿਤਸਰ ਦੀ ਗੱਲ ਕੀਤੀ ਹੈ, ਇਹ ਪ੍ਰੋਜੈਕਟ ਦੀ ਖਾਸੀਅਤ ਹੀ ਸਿਰਫ ਇਹ ਹੈ ਕਿ ਇਹ ਬਿਲਕੁਲ ਨਕਸ਼ੇ ਦੇ ਉੱਪਰ ਸਿੱਧੀ ਰੇਖਾ ਮਾਰ ਕੇ ਨਾ, ਜਿਵੇਂ ਲਾਈਨ ਮਾਰ ਕੇ ਕੱਢਿਆ ਹੋਇਆ ਪ੍ਰੋਜੈਕਟ ਹੈ। ਇਹਦੇ ਚ ਕੋਈ, ਇਸ ਹਾਈਵੇ ਦੇ ਵਿੱਚ ਕੋਈ ਮੋੜ ਨਹੀਂ ਆਣਾ, ਬਿਲਕੁਲ ਸਿੱਧਾ ਜਿਵੇਂ ਆਪਣੇ ਯੂਰਪੀਅਨ ਕੰਟਰੀਆਂ ਦੇ ਵਿੱਚ ਜਾਂ ਅਮਰੀਕਨ ਕੰਟਰੀਆਂ ਦੇ ਵਿੱਚ ਹੈਗਾ ਨਾ, ਸਿੱਧੇ ਹਾਈਵੇ ਜਾਂਦੇ, ਉਸ ਤਰ੍ਹਾਂ ਦਾ ਹਾਈਵੇ। ਜਿਸ ਤਰ੍ਹਾਂ NH1 ਬਣਿਆ ਹੋਇਆ ਜਿਹੜਾ ਆਪਣਾ ਪਹਿਲਾਂ ਜਿਹਨੂੰ ਆਪਾਂ GT ਰੋਡ ਕਹਿੰਦੇ ਆ, ਉਹਦੇ ਚ ਤੁਸੀਂ ਦੇਖੋ ਬਹੁਤ ਮੋੜ ਕੋੜ ਆਉਂਦੇ ਹੈਗੇ ਆ। ਇਹ ਉਸ ਤਰ੍ਹਾਂ ਦਾ ਨਹੀਂ ਹੈ, ਬਿਲਕੁਲ ਸਿੱਧਾ ਹੈ। ਇਸ ਕਰਕੇ ਅੰਮ੍ਰਿਤਸਰ ਇਹਦੇ ਵਿੱਚ ਨਹੀਂ ਆ ਰਿਹਾ ਸੀ। ਜਿਹੜੀ ਆਪ ਤੁਸੀਂ ਗੱਲ ਕਰ ਰਹੇ ਸੀ ਵੀ ਅੰਮ੍ਰਿਤਸਰ ਕਿਉਂ ਨਹੀਂ ਆ ਰਿਹਾ, ਉਹਦਾ ਵਿੱਚ ਇੱਕ ਮਿਡਵੇ ਫਿਰ ਇਹ ਕੱਢਿਆ ਗਿਆ ਕਿ ਉੱਥੋਂ ਇੱਕ ਹੋਰ ਛੋਟਾ ਹਾਈਵੇ ਇਸ ਹਾਈਵੇ ਨੂੰ ਜੋੜ ਕੇ ਕੱਢਿਆ ਜਾਏਗਾ 40 ਕਿਲੋਮੀਟਰ ਦਾ। ਤਾਂ ਦੂਜੀ ਗੱਲ ਜਿਹੜੀ ਸਾਡੀ ਦਿੱਕਤ ਇਹੀ ਆ ਰਹੀ ਹੈ, ਪਟਿਆਲੇ ਵੀ ਸੰਘਰਸ਼ ਇਸੇ ਤਰ੍ਹਾਂ ਦਾ ਹੋਇਆ, ਸੰਗਰੂਰ ਵੀ ਹੋਇਆ, ਹੁਣ ਇਹ ਤੀਸਰਾ ਜਿਹੜਾ ਗੁਰਦਾਸਪੁਰ ਵਾਲੇ ਪਾਸੇ ਹੋ ਰਿਹਾ, ਉਹ ਇਹੀ ਹੈ ਕਿ ਉਹ ਕਹਿ ਰਿਹਾ ਕਿ ਸਾਨੂੰ ਪੈਸੇ ਬਹੁਤ ਘੱਟ ਮਿਲ ਰਹੇ ਆ। ਇੱਕ ਤਾਂ ਪਹਿਲਾਂ ਇਹ ਸਮਝਣ ਦੀ ਲੋੜ ਹੈਗੀ ਹੈ ਚੀਜ਼ ਕਿ ਇਹ ਗ੍ਰੀਨਫੀਲਡ ਐਕਸਪ੍ਰੈਸਵੇ ਹੈ, ਇਹ ਪਹਿਲਾਂ ਵਾਲੇ ਐਕਸਪ੍ਰੈਸਵੇ ਨੂੰ ਚੌੜਾ ਨਹੀਂ ਕਰਨਾ। ਦੇਖੋ ਦੋ ਚੀਜ਼ਾਂ ਦਾ ਫਰਕ ਹੈ। ਇੱਕ ਤਾਂ ਆਲਰੇਡੀ ਕੋਈ ਹਾਈਵੇ ਬਣਿਆ ਹੋਇਆ, ਉਹਨੂੰ ਤੁਸੀਂ ਚੌੜਾ ਕਰਨਾ, ਉਹਦੇ ਲਈ ਜ਼ਮੀਨ ਚਾਹੀਦੀ ਹੈ, ਤਾਂ ਨੈਚੁਰਲੀ ਉਹਦਾ ਰੇਟ ਬਹੁਤ ਹਾਈ ਹੋਏਗਾ ਹੀ। ਔਰ ਇੱਕ ਹੈ ਵੀ ਤੁਸੀਂ ਨਵੇਂ ਸਿਰੇ ਤੋਂ ਖੇਤਾਂ ਚੋਂ ਕੱਢਣਾ, ਤਾਂ ਉਹਦੇ ਰੇਟਸ ਦਾ ਫਰਕ ਉੱਥੇ ਆਏਗਾ। ਦੂਸਰੀ ਗੱਲ ਇਹਦੇ 'ਚ ਇਹ ਹੈ ਕਿ ਪੰਜਾਬ ਦੇ ਵਿੱਚ ਦੇਖੋ ਇਹ ਐਕਸਪ੍ਰੈਸ ਵੇ ਜਿਹੜਾ ਨਿਕਲ ਰਿਹਾ ਹੈ, ਇਹ ਜੰਮੂ ਕਸ਼ਮੀਰ ਤੋਂ ਸ਼ੁਰੂ ਹੋਣਾ ਹੈ ਔਰ ਦਿੱਲੀ ਤੱਕ ਜਾਣਾ ਹੈ, ਜਿਹਦੇ 'ਚ ਪੰਜਾਬ ਵੀ ਆਣਾ ਹੈ, ਹਰਿਆਣਾ ਵੀ ਆਣਾ ਹੈ। ਹਰਿਆਣੇ 'ਚ ਤੁਸੀਂ ਦੇਖੋ ਇੱਕ ਜਗ੍ਹਾ ਤੇ ਵੀ ਇਸ ਤਰ੍ਹਾਂ ਦਾ ਕੋਈ ਰੌਲਾ ਨਹੀਂ ਪਿਆ। ਹੈਰਾਨੀ ਦੀ ਗੱਲ ਹੋਊਗੀ ਨਾ ਇਹ ਕਿ ਪੰਜਾਬ ਦੇ ਵਿੱਚ ਹੀ ਰੌਲਾ ਕਿਉਂ ਪੈ ਰਿਹਾ, ਹਰਿਆਣੇ ਦੇ ਵਿੱਚ ਕਿਉਂ ਨਹੀਂ ਪੈ ਰਿਹਾ? ਹਾਈਵੇ ਤਾਂ ਸੇਮ ਹੀ ਨਿਕਲ ਰਿਹਾ, ਰੇਟਸ ਵੀ ਸੇਮ ਹੀ ਦੇਣੇ ਨੇ, ਤਾਂ ਪੰਜਾਬ ਚ ਕਿਸਾਨ ਰੌਲਾ ਕਿਉਂ ਪਾ ਰਹੇ ਨੇ? ਉਹਦਾ ਕਾਰਨ ਸਿਰਫ ਇਹ ਹੈ ਕਿ ਹਰਿਆਣਾ ਟਾਈਮ ਟੂ ਟਾਈਮ ਆਪਣੇ ਜਿਹੜੇ ਕਰੈਕਟਰ ਰੇਟ ਹੈਗੇ ਆ ਉਹ ਵਧਾਉਂਦਾ ਚਲਾ ਜਾ ਰਿਹਾ ਹੈ। ਜਿਹੜੀ ਜ਼ਮੀਨ ਦਾ ਰੇਟ ਸਾਨੂੰ 40 ਲੱਖ ਰੁਪਏ ਤੋਂ ਵੀ ਘੱਟ ਮਿਲ ਰਿਹਾ ਹੈ, ਹਰਿਆਣੇ ਦੇ ਵਿੱਚੋਂ 68 ਲੱਖ ਰੁਪਏ ਮਿਲ ਰਿਹਾ ਹੈ, ਯਾਨੀ ਆਲਮੋਸਟ ਡਬਲ। ਇੰਨਾ ਫਰਕ ਕਿਵੇਂ ਆ ਸਕਦਾ ਹੈ? ਤੁਸੀਂ ਦੇਖੋ ਸਾਡੇ ਜਿਹੜੇ ਕਲੈਕਟਰ ਰੇਟ ਨੇ ਉਹ ਹਜੇ ਵੀ 9-10 ਲੱਖ ਰੁਪਏ ਪਰ ਕਿੱਲਾ ਦੇ ਹਿਸਾਬ ਨਾਲ ਹੀ ਨੇ। ਫਰਕ ਹੋ ਸਕਦਾ, ਮੈਂ ਆਪਣੇ ਫਤਿਹਗੜ੍ਹ ਸਾਹਿਬ ਦੇ ਏਰੀਆ ਦੀ ਗੱਲ ਕਰ ਰਿਹਾ, ਹੋ ਸਕਦਾ ਗੁਰਦਾਸਪੁਰ ਜਾਂ ਅੰਮ੍ਰਿਤਸਰ ਦੇ ਵਿੱਚ ਥੋੜਾ ਜਿਹਾ ਫਰਕ ਹੋਏ। 8 ਲੱਖ ਐਵਰੇਜ 8 ਲੱਖ ਤੋਂ ਸ਼ੁਰੂ ਹੁੰਦੇ। ਹਾਂਜੀ, ਹੁਣ ਜੇ 8 ਲੱਖ ਤਾਂ ਤੁਸੀਂ ਰੇਟ ਕਲੈਕਟਰ ਰੇਟ ਤੈਅ ਕਰ ਰੱਖਿਆ, ਸਪੋਜ਼ ਗਵਰਨਮੈਂਟ ਨੇ ਕੋਈ ਜ਼ਮੀਨ ਐਕਵਾਇਰ ਕਰਨੀ ਹੈ, ਤਾਂ ਉਹਦੇ ਵਿੱਚ ਜਿਹੜਾ ਨਵਾਂ ਕਾਨੂੰਨ ਆਇਆ ਸੀਗਾ, ਤੁਹਾਨੂੰ ਯਾਦ ਹੋਊਗਾ ਡਾਕਟਰ ਮਨਮੋਹਨ ਸਿੰਘ ਲੈ ਕੇ ਆਏ ਸੀ, ਉਹਦੇ 'ਚ ਇਹੀ ਸੀਗਾ ਕਿ ਤੁਸੀਂ ਜਿਹੜੀ ਵੀ ਜ਼ਮੀਨ ਐਕਵਾਇਰ ਕਰਨੀ ਹੈ ਉਹਦਾ 2.5 ਗੁਣਾ ਪ੍ਰਾਈਸ ਦੋਗੇ, ਜੋ ਵੀ ਉਹਦਾ ਕਲੈਕਟਰ ਰੇਟ ਆ ਉਹਦਾ 2.5 ਗੁਣਾ ਦੋਗੇ, ਪਲੱਸ 30% ਉਹਦਾ ਉਜਾੜਾ ਭੱਤਾ ਦੋਗੇ। ਫਿਰ ਜਿਹੜੀ ਅਮਾਊਂਟ ਉਹਨਾਂ ਨੂੰ ਮਿਲੇਗੀ, ਅਗਰ ਉਸ ਅਮਾਊਂਟ ਨਾਲੋਂ ਕਿਤੇ ਹੋਰ ਜ਼ਮੀਨ ਖਰੀਦਣਾ ਚਾਹੁੰਦੇ ਆ ਤਾਂ ਉਹਨਾਂ ਨੂੰ ਜਿੰਨੇ ਵੀ ਮੋਟਰ ਕਨੈਕਸ਼ਨ ਨੇ ਜਾਂ ਹੋਰ ਲਿੰਕ ਸੜਕਾਂ ਨੇ ਉਹ ਤੁਸੀਂ ਬਣਾ ਕੇ ਦੋਗੇ। ਇਹ ਤੁਹਾਡੇ ਇਸ ਪੈਕੇਜ ਦੇ ਵਿੱਚ ਹੈ। ਲੇਕਿਨ ਹੁਣ ਤੁਸੀਂ ਦੇਖੋ, ਜੇ ਸਾਡਾ 8 ਲੱਖ ਰੁਪਏ ਐਵਰੇਜ ਹੈ ਤਾਂ 8 ਨੂੰ ਕਰੋ ਤਾਂ 24 ਲੱਖ ਰੁਪਇਆ ਬਣਦਾ ਹੈ ਟੋਟਲ, ਔਰ ਹਰਿਆਣੇ ਦੇ ਵਿੱਚ 68 ਲੱਖ ਰੁਪਇਆ ਬਣ ਰਿਹਾ। ਇੰਨਾ ਗੈਪ ਤਾਂ ਹੀ ਹੈ ਜੇ ਸਾਡਾ, ਔਰ ਬਾਜ਼ਾਰੀ ਕੀਮਤ ਇਹਨਾਂ ਦੀ ਕੀ ਹੈਗੀ ਹੈ? ਕਿਸੇ ਕੀ ਕੋਈ ਪੰਜਾਬ 'ਚ ਇਹ ਜੀ ਥਾਂ ਹੈਗੀ ਹੈ ਜਿੱਥੇ 8 ਲੱਖ ਰੁਪਇਆ ਮਿਲ ਜੇ? ਸਾਡੀ ਤਾਂ ਬਿਰਾਨੀ ਤੋਂ ਬਿਰਾਨੀ ਜਿਹੜੀ ਲੈਂਡ ਹੈ ਉਹ ਵੀ 24-25 ਲੱਖ ਰੁਪਏ ਹੈ। ਜੇ ਸਾਡਾ ਕਲੈਕਟਰ ਰੇਟ ਉਹਦੇ ਆਸ-ਪਾਸ ਹੁੰਦਾ, 15 ਤੋਂ 20 ਦੇ ਆਸ-ਪਾਸ ਵੀ ਹੁੰਦਾ, ਤਾਂ ਸਾਨੂੰ ਆਰਾਮ ਨਾਲ 68-70 ਲੱਖ ਰੁਪਇਆ ਪਰ ਕਿੱਲੇ ਦਾ ਮਿਲ ਜਾਣਾ ਸੀਗਾ। ਜੋ ਇਹ ਸਾਡੀ, ਮੈਨੂੰ ਲੱਗਦਾ ਕਿ ਇਸ ਪਾਸੇ ਵੱਲ ਵੀ ਧਿਆਨ ਦੇਣ ਦੀ ਲੋੜ ਹੈਗੀ ਹੈ ਕਿ ਅਸੀਂ ਇਹਨੂੰ ਕਿਵੇਂ ਇਨਕਰੀਜ਼ ਕਰ ਸਕਦੇ ਹਾਂ, ਜਾਂ ਗਵਰਨਮੈਂਟ ਨੂੰ ਕਹਿ ਕੇ ਦਬਾਅ ਪਾ ਕੇ। ਇੰਦਰਪ੍ਰੀਤ ਜੀ, ਸਵਾਲ ਇਹ ਹੈ ਕਿ ਜਿਹੜੇ ਕਲੈਕਟਰ ਰੇਟ ਨੇ, ਮੈਂ ਮੰਨਦਾ ਕਿ ਜਿਹੜੀ ਇੱਥੇ ਜੱਟ ਜਮਾਤ ਹੈ ਉਹਦੇ ਵਿੱਚ ਇੱਕ ਟੈਂਡੈਂਸੀ ਹੁੰਦੀ ਹੈ ਵੀ ਮੈਂ ਨਾਲ ਦਾ ਕਿੱਲਾ ਵਿਗਾ ਜਿਹੜਾ ਵਿਕਦਾ ਉਹ ਛੱਡਣਾ ਨਹੀਂ, ਲੈ ਲੈਣਾ। ਉਹਨਾਂ ਨੂੰ ਸਿਰਫ ਸਰਕਾਰੀ ਬਚਦੀ ਹੈ ਜੇ ਉਹ 8, ਕਿਉਂਕਿ ਪੈਸੇ ਤਾਂ ਜੇ ਕੋਈ 25 ਲੱਖ ਦਾ ਕਿੱਲਾ ਲੈ ਰਿਹਾ ਤੇ ਉਹਨੇ 25 ਲੱਖ ਦੇ ਮਾਲਕ ਨੂੰ ਤਾਂ ਦੇ ਹੀ ਦੇਣੇ। ਇਹਦੇ ਵਿੱਚ ਜਿਹੜੀ ਫੀਸ ਹੈ ਉਹ ਲੱਖ ਜਾਂ 50,000 ਜਾਂ 60,000 ਜਾਂ 70,000 ਬਚਦੀ, ਹੋਰ ਤੇ ਕੋਈ ਨਹੀਂ ਨਾ ਬਚਤ ਹੈਗੀ। ਉਹ ਬਚਤ
ਜੇਕਰ ਮੇਰਾ ਇੱਕ ਫੈਸਲਾ ਇਹਦੇ ਚ ਇੱਕ ਗਵਰਨਮੈਂਟ ਕਰੇ, ਸੰਬੰਧਿਤ ਡੀਸੀ ਨੇ ਕੀਤਾ ਹੋਵੇ ਕਿ 8 ਲੱਖ ਦਾ ਕਿੱਲਾ ਨਹੀਂ ਭਾਈ, ਇਹਦੇ ਉੱਤੇ ਤਾਂ ਤੁਹਾਨੂੰ 15 ਦੇਣਾ ਪੈਣਾ ਜਾਂ 25 ਦੇਣਾ ਪੈਣਾ, ਤਾਂ ਕੁਦਰਤੀ ਤੌਰ ਤੇ ਆ ਜਦੋਂ ਬੰਦਾ ਸੌਦਾ ਕਰਦਾ ਉਹ ਸੋਚਦਾ ਯਾਰ ਇਹਦੇ ਉੱਤੇ 70,000 ਰੁਪਇਆ ਲੱਗਣਾ ਹੈ, ਲੱਖ ਰੁਪਈਏ ਦੀ ਸਰਕਾਰੀ ਫੀਸ ਜਾਣੀ ਹੈ, ਫਿਰ ਉਹ ਬੰਦਾ ਕਿੱਲਾ 25 ਦਾ ਨਹੀਂ ਸੋਚਦਾ ਪਰ 26 ਦਾ ਸੋਚ ਕੇ ਲੈਂਦਾ। ਸੋ ਮੈਨੂੰ ਇਹ ਜ਼ਰੂਰ ਦੱਸੋ ਕਿ ਸਰਕਾਰਾਂ ਦੀ ਗਲਤੀ ਕਿਸਾਨ ਕਿਉਂ ਭੁਗਤਣ? ਮੈਂ ਉਹੀ ਇੱਥੇ ਆ ਰਿਹਾ ਰੰਧਾਵਾ ਸਾਹਿਬ, ਇਹ ਇਸੇ ਤੇ ਹੀ ਆ ਰਿਹਾ ਜਿਹੜੀ ਮੈਂ ਅੱਗੇ ਗੱਲ ਕਰਨੀ ਚਾਹੁੰਦਾ ਸੀਗਾ। ਤੁਸੀਂ ਠੀਕ ਕਿਹਾ, ਇੱਕ ਸਿਰਫ ਸਟੈਂਪ ਡਿਊਟੀ ਜਾਂ ਰਜਿਸਟ੍ਰੇਸ਼ਨ ਫੀਸ ਦੇ ਕੁਝ ਪੈਸੇ ਬਚਾਉਣ ਵਾਸਤੇ ਅਸੀਂ ਕਲੈਕਟਰ ਰੇਟ ਤੇ ਕਰਦੇ ਹਾਂ। ਜਦੋਂ ਵੀ ਕਲੈਕਟਰ ਰੇਟ ਵੱਧਦਾ ਹੈ ਨਾ ਜੀ, ਉਦੋਂ ਫਿਰ ਸਟੈਂਪ ਡਿਊਟੀਆਂ ਦੇ ਰੇਟ ਘਟਦੇ ਆ, ਹਮੇਸ਼ਾ ਹੀ ਆਉਂਦਾ। ਸਪੋਜ਼ ਅੱਜ 8 ਲੱਖ ਰੁਪਏ ਦੀ ਕੋਈ ਕਲੈਕਟਰ ਰੇਟ ਹੈ ਔਰ ਤੁਸੀਂ ਉੱਥੇ 6.5% ਲਗਾ ਰੱਖਿਆ ਹੈ, ਗਵਰਨਮੈਂਟ ਰੈਵਨਿਊ ਆਪਣਾ ਉਨਾ ਹੀ ਦੇਖਦੀ ਹੈ ਵੀ ਸਾਨੂੰ ਇੰਨਾ ਕੁ ਰੈਵਨਿਊ ਆਉਣਾ ਚਾਹੀਦਾ, ਸਾਲ ਦਾ 2-2.5 ਹਜ਼ਾਰ ਕਰੋੜ ਰੁਪਇਆ ਇੰਨਾ ਆਏਗਾ। ਤੁਸੀਂ ਕਲੈਕਟਰ ਰੇਟ ਨੂੰ ਟ੍ਰਿਪਲ ਕਰ ਦਿਓ, ਸਪੋਜ਼ 24 ਲੱਖ ਰੁਪਏ ਕਰਤਾ, ਜਿਹੜੀ ਸਟੈਂਪ ਡਿਊਟੀ ਉਹਨੂੰ 2% ਕਰ ਦਿਓ, ਤੁਹਾਡਾ ਤਾਂ ਖਰਚਾ ਉੱਥੇ ਹੀ ਆ ਗਿਆ। 24 ਲੱਖ ਤੇ ਵੀ 2% ਦੇ ਨਾਲ 48,000 ਰੁਪਏ ਹੀ ਦੇਣਾ ਪੈਣਾ, ਔਰ ਜੇ ਤੁਸੀਂ 8 ਲੱਖ ਰੁਪਏ ਦੇ ਉੱਤੇ 6% ਦੇ ਰਹੇ ਹੋ ਤਾਂ ਵੀ ਇੰਨਾ ਹੀ ਆਏਗਾ। ਸੋ ਇਹਦੇ ਵੇ ਆਊਟ ਹੈਗੇ ਨੇ ਜਿਹੜੇ ਦੂਜੀਆਂ ਸਟੇਟਾਂ ਨੇ ਕੱਢੇ ਨੇ। ਮੈਨੂੰ ਲੱਗਦਾ ਕਿ ਸਾਨੂੰ ਇਸ ਪਾਸੇ ਵੱਲ ਤੁਰਨ ਦੀ ਲੋੜ ਸੀਗੀ। ਅੱਜ ਵੀ ਜੇ ਅਸੀਂ ਕਿਸੇ ਚੀਜ਼ ਦਾ ਰੇਟ ਘੱਟ ਦਿੰਦੇ ਆ ਤਾਂ ਉਹ ਜਿਹੇ ਪੈਸੇ ਅਸੀਂ ਤਹਿਸੀਲਦਾਰਾਂ ਨੂੰ, ਹੋਰ ਜਿਹੜੇ ਥੱਲੇ ਕਾਨੂੰਗੋ ਨੇ ਜਾਂ ਪਟਵਾਰੀ ਨੇ, ਉਹਨਾਂ ਨੂੰ ਵੀ ਤਾਂ ਦਿੰਨੇ ਨਾ ਅਲੱਗ ਤੌਰ ਤੇ, ਉਹਨੂੰ ਅਸੀਂ ਇਹਦੇ ਵਿੱਚ ਸ਼ਾਮਲ ਨਹੀਂ ਕਰਦੇ ਨਾ। ਪਰ ਜੇ ਤੁਸੀਂ ਉਹ ਅਮਾਉਂਟ ਨੂੰ ਵਿੱਚ ਸ਼ਾਮਲ ਕਰ ਲਓ ਤਾਂ ਬਹੁਤ ਥੋੜੀ ਅਮਾਉਂਟ ਹੀ ਰਹਿ ਜਾਂਦੀ ਹੈ ਜਿਹਦਾ ਗੈਪ ਹੁੰਦਾ ਹੈ। ਮੈਨੂੰ ਲੱਗਦਾ ਕਿ ਇਹ ਕਿਤੇ ਜੇ ਅਗਰ ਅਸੀਂ ਇਹ ਉਹਨੂੰ ਕਲੈਕਟਰ ਰੇਟ ਨੂੰ ਵਧਾ ਕੇ ਸਟੈਂਪ ਡਿਊਟੀਆਂ ਦੇ ਰੇਟ ਜਿਹੜੇ ਹੈਗੇ ਆ ਉਹ ਡਾਊਨ ਕਰ ਦਈਏ ਤਾਂ ਸਰਕਾਰ ਨੂੰ ਕੋਈ ਨੁਕਸਾਨ ਨਹੀਂ ਹੋਏਗਾ ਔਰ ਫਾਰਮਰ ਨੂੰ ਵੀ ਕੋਈ ਨੁਕਸਾਨ ਨਹੀਂ ਹੋਏਗਾ। ਭਾਸਕਰ ਸਾਹਿਬ, ਇਹ ਮਾਮਲਾ ਹੈਗਾ ਤਿਲਕਣਬਾਜੀ ਵਾਲਾ। ਇਹ ਤਾਈਓ ਤਾਂ ਐਡੇ ਅਹਿਮ ਅਹੁਦੇ ਹੋ ਗਏ। ਤਹਿਸੀਲਦਾਰ, ਨਾਇਬ ਤਹਿਸੀਲਦਾਰ ਦਾ ਅਹੁਦਾ ਬਾਦਸ਼ਾਹਾਂ ਵਰਗਾ ਹੈ, ਡੀਸੀ ਵੀ ਉਹਦੇ ਮੂੰਹ ਵੱਲ ਵੇਖਦੇ ਆ। ਖੈਰ ਆਦਤ ਬਣ ਗਈ ਹੁਣ। ਇਹ ਉਹ ਪੋਸਟਾਂ ਨੇ ਜਿਨ੍ਹਾਂ ਦੇ ਉੱਤੇ ਪੈਸੇ ਮੰਗਣੇ ਕਦੇ ਕਿਸੇ ਨੂੰ ਨਹੀਂ ਪੈਂਦੇ। ਭਾਸਕਰ ਸਾਹਿਬ, ਗੱਲ ਜਰਾ ਇਹਦੇ ਨਾਲ ਦੂਜੀ ਵੀ ਤੋਰ ਦਿਓ। ਵੈਸੇ ਮੈਂ ਕਿਸਾਨ ਜਥੇਬੰਦੀਆਂ ਨੂੰ ਕਹਿਣਾ ਚਾਹੂੰਗਾ, ਯਾਰ ਉਹ ਸਰਕਾਰਾਂ ਨਾਲ ਬਹਿ ਕੇ ਆ ਕਿਉਂ, ਜਿਹੜੇ ਪੈਸੇਂਜਰ ਨੇ ਉਹਨਾਂ ਦਾ ਕੀ ਕਸੂਰ ਆ? 1 ਵਜੇ ਤੁਸੀਂ ਰੇਲਾਂ ਰੋਕ ਦੇਣੀਆਂ। ਪੰਜਾਬ ਹੁਣ ਇਸ ਕੰਮ ਲਈ ਰਹਿ ਗਿਆ, ਲੰਘਣ ਆਉਣ ਵਾਲੇ ਚੰਗੇ ਮਾੜੇ ਕਈ ਤਰ੍ਹਾਂ ਦੇ ਲੋਕ, ਕਈਆਂ ਦੇ ਕੰਮ ਐਮਰਜੈਂਸੀ, ਕਈ ਕੁਝ ਹੋਇਆ। ਨਹੀਂ ਯਾਰ, ਇਹ ਠੀਕ ਨਹੀਂਗਾ, ਇਹ ਠੀਕ ਨਹੀਂ। ਸਰਕਾਰ ਨੂੰ ਧਿਆਨ ਦੇਣ ਦੀ ਲੋੜ ਆ। ਭਾਸਕਰ ਸਾਹਿਬ, ਗੱਲ ਅੱਗੇ ਤੋਰੋ। ਸੀਬੀਆਈ ਦੀ ਜਾਂਚ ਕਿਉਂ ਸੀਬੀਆਈ ਜਾਂਚ ਇਰੀਗੇਸ਼ਨ ਸਕੈਮ 'ਚ ਹੋਵੇ, ਪਹਿਲੀ ਗੱਲ ਕਰ ਲਓ ਨਾਲ। ਪਰ ਨਾਲ ਸੀਬੀਆਈ ਦੀ ਜਾਂਚ ਕਿਉਂ ਮੰਗੀ ਜਾਵੇ ਜਦੋਂ 5-7 ਸਾਲ ਤੋਂ ਇੱਕੋ ਹੀ ਮਾਮਲੇ ਦੇ ਵਿੱਚ ਵਿਜੀਲੈਂਸ ਜਾਂਚ ਕਰ ਰਹੀ ਆ? ਕੀ ਕਮੀ ਆ ਵਿਜੀਲੈਂਸ ਵਿੱਚ? ਜੀ, ਜਿਹੜੀ ਗੱਲ ਤੁਸੀਂ ਕਹਿ ਕੇ ਹਟੇ ਹੋ ਕਿਸਾਨਾਂ ਦਾ ਰੇਲ ਰੋਕਣਾ, ਏਦਾਂ ਲੱਗਦਾ ਜਿੱਦਾਂ ਮੀਆਂ ਬੀਬੀ ਦੀ ਲੜਾਈ ਹੋਈ ਤੇ ਤੁਸੀਂ ਨਿਆਣੇ ਕੁੱਟਦੇ। ਯਾਨੀ ਲੋਕਾਂ ਨੂੰ ਕਿਉਂ ਪਰੇਸ਼ਾਨ ਕਰ ਰਹੇ ਹੋ? ਤੁਹਾਡੀ ਲੜਾਈ ਕਿਸੇ ਨਾਲ ਹੈਗੀ ਆ, ਉਹਨਾਂ ਨਾਲ ਬੈਠ ਕੇ ਸਾਰੇ ਆਪਣੇ ਮਸਲੇ ਹੱਲ ਕਰੋ। ਹੁਣ ਜਿਸ ਤਰ੍ਹਾਂ ਇੰਦਰਪ੍ਰੀਤ ਉਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਸਮਝਾਈ ਹੈ ਗੱਲ ਨੂੰ ਕਿ ਵੀ ਜੇ ਇਸ ਤਰੀਕੇ ਨਾਲ ਚਲੋ, ਜੇ ਕਲੈਕਟਰ ਰੇਟ ਵੱਧਦੇ ਨੇ ਤੇ ਤਾਂ ਵੀ ਫਿਰ ਸੜਕਾਂ ਰੋਕਣ ਦੀ ਨੌਬਤ ਆ ਜਾਂਦੀ ਹੈ ਕਿ ਵੀ ਬੜਾ ਨੁਕਸਾਨ ਹੋ ਗਿਆ, ਰਜਿਸਟਰੀ ਦੇ ਪੈਸੇ ਜ਼ਿਆਦਾ ਲੱਗਣਗੇ। ਔਰ ਜਿਸ ਤਰੀਕੇ ਨਾਲ ਇਹ ਗੱਲ ਇੰਦਰਪ੍ਰੀਤ ਉਹਨਾਂ ਨੇ ਸਮਝਾਈ ਹੈ, ਹੁਣ ਤੇ ਲੱਗਦਾ ਵੀ ਕਿਸਾਨ ਇਸ ਗੱਲ ਦੇ ਉੱਤੇ ਐਜੀਟੇਸ਼ਨ ਨਾ ਕਰ ਲੈਣ ਕਿ ਵੀ ਹੁਣ ਇਹ ਕਲੈਕਟਰ ਰੇਟ ਵਧਾਓ, 3 ਗੁਣਾ ਕਰੋ, ਕਿਉਂਕਿ ਅੱਗੇ ਚੱਲ ਕੇ ਕੋਈ ਕੰਪਨਸੇਸ਼ਨ ਵਗੈਰਾ ਮਿਲਦਾ ਹੈ ਤੇ ਸਾਨੂੰ ਫਿਰ ਉਸ ਤੋਂ 3 ਗੁਣਾ, ਜਿਹੜੇ 67 ਲੱਖ ਰੁਪਏ ਹਰਿਆਣਾ ਦੇ ਵਿੱਚ ਹੈ, ਸਾਡੇ 1 ਕਰੋੜ 20 ਲੱਖ ਬਣਨ। ਪਰ ਚਲੋ ਇਹ ਗੱਲਾਂ ਤੁਰਦੀਆਂ ਰਹਿੰਦੀਆਂ ਔਰ ਇਹਨਾਂ ਮੁੱਦਿਆਂ ਦੇ ਉੱਤੇ ਕੋਈ ਹੱਲ ਸਰਕਾਰ ਕਰਦੇ ਹੈ, ਕਿਉਂਕਿ ਇਹ ਮੁੱਦਾ ਨੈਸ਼ਨਲ ਹਾਈਵੇ ਅਥਾਰਟੀ ਨੇ ਪੈਸੇ ਦੇਣੇ ਹੈ, ਸਰਕਾਰ ਉਹਦੇ ਵਿੱਚ ਵਕੀਲ ਦਾ ਕੰਮ ਕਰਦੀ ਹੈ, ਵੀ ਸਰਕਾਰ ਫੈਸਿਲੀਟੇਟਰ ਹੁੰਦੀ ਹੈ। ਆਰਬਿਟਰੇਟਰ ਵੀ ਸਰਕਾਰੀ ਬੰਦੇ ਹੁੰਦੇ ਆ ਪੰਜਾਬ ਦੇ, ਜਿਹੜੇ ਹੁਕਮ ਦਿੰਦੇ ਨੇ ਕਿ ਵੀ ਨਹੀਂ ਇੰਨਾ ਪੈਸਾ ਘੱਟ ਹੈ, ਇੰਨਾ ਪੈਸਾ ਦਿਓ। ਹੁਣ ਗੱਲ ਕਰੀਏ ਇਰੀਗੇਸ਼ਨ ਸਕੈਮ ਦੀ। ਇਰੀਗੇਸ਼ਨ ਸਕੈਮ ਦੀ ਗੱਲਾਂ 2017 ਤੋਂ ਹੋ ਰਹੀਆਂ। 2017 ਦੇ ਵਿੱਚ ਗੁਰਿੰਦਰ ਜਿਹੜੇ ਠੇਕੇਦਾਰ ਸੀਗੇ, ਉਹਨਾਂ ਦਾ ਨਾਂ ਚੱਲਦਾ, ਕਹਿੰਦੇ 1000 ਕਰੋੜ ਦਾ ਸਕੈਮ ਹੋ ਗਿਆ, FIR ਦਰਜ ਹੁੰਦੀ ਹੈ। ਗੁਰਿੰਦਰ ਉਹਨਾਂ ਇਨਵੈਸਟੀਗੇਸ਼ਨ ਦੇ ਦੌਰਾਨ ਕੁਝ ਅਫਸਰਾਂ ਦੇ ਨਾਂ, ਉਹ ਬੜੇ ਵੱਡੇ ਅਫਸਰ ਹੁੰਦੇ ਨੇ, ਉਹ ਔਰ 2 ਪੂਰਬ ਮੰਤਰੀਆਂ ਦੇ ਨਾਂ ਵੀ ਲੈਂਦੇ ਨੇ ਕਿ ਵੀ ਇਹਨਾਂ ਨੂੰ ਇੰਨੇ ਕਰੋੜ ਤੇ ਇਹਨਾਂ ਦੇ ਪੀਏ ਨੂੰ ਇੰਨੇ ਕਰੋੜ ਦਿੱਤੇ। ਉਸ ਗੱਲ ਦੇ ਉੱਤੇ ਹੀ ਗੱਲ ਅੱਗੇ ਤੁਰਦੀ ਰਹਿੰਦੀ ਹੈ। ਉਹਦੇ ਵਿੱਚੋਂ ਇੱਕ ਅਫਸਰ ਤੇ ਉਸ ਗੁਰਿੰਦਰ ਉਹਨਾਂ ਦੇ ਸਾਈਨ ਦੀ ਵੈਰੀਫਿਕੇਸ਼ਨ, ਯਾਨੀ ਲੈਬ ਟੈਸਟ ਵੀ ਕਰਾ ਲੈਂਦੇ ਕਿ ਵੀ ਇਹ ਤੇ ਸਾਈਨ ਹੀ ਨਕਲੀ ਹੈ, ਗੁਰਿੰਦਰ ਨੇ ਸਾਈਨ ਨਹੀਂ ਕੀਤੇ। ਔਰ ਜਦ ਉਹਨਾਂ ਨੂੰ ਸੱਦਿਆ ਜਾਂਦਾ ਹੈ ਵਿਜੀਲੈਂਸ ਬਿਊਰੋ ਦੇ ਵਿੱਚ ਤੇ ਕਹਿੰਦੇ ਨੇ ਮੈਂ ਤੇ ਕਰਾ ਲਈ ਪ੍ਰੋਬ, ਉਹ ਤੇ ਹੈ ਹੀ ਨਕਲੀ। ਪਰ ਇਸ ਗੱਲ ਦੇ ਨਾਲ ਉਹਨਾਂ ਦੀ ਗੱਲ ਨਹੀਂ ਬਣਦੀ। ਪ੍ਰੋਬ ਅੱਗੇ ਜ਼ਰੂਰ ਵੱਧਦੀ ਹੈ ਪਰ ਥੋੜੀ ਜੀ ਹੋਲੇ ਸਤਰ ਤੇ ਵੱਧਦੀ ਹੈ। 2021 ਦੇ ਵਿੱਚ ਵੀ ਇਹ ਜਿਹੜੀ ਕੇਸ ਦੀ ਗੱਲ ਅਸੀਂ ਗੱਲ ਕਰ ਰਹੇ ਹਾਂ, ਤਦ ਵੀ ਆਇਆ ਸੀ ਕਿ ਇਰੀਗੇਸ਼ਨ ਸਕੈਮ ਦੇ ਉੱਤੇ ਸਰਕਾਰ ਟਾਲ ਮਟੋਲ ਕਰ ਰਹੀ ਹੈ ਤੇ ਇਹਦੇ ਉੱਤੇ ਨਿੱਠ ਕੇ ਜਾਂਚ ਕਰਨ ਵਾਸਤੇ CBI ਨੂੰ ਇਹ ਕੇਸ ਹੈਂਡਓਵਰ ਕਰ ਦਿੱਤਾ ਜਾਏ।
ਉਸ ਟਾਈਮ ਸਰਕਾਰ ਨੇ ਹੀ ਇਹ ਕਿਹਾ ਸੀ ਨਹੀਂ ਆਪਾਂ ਕਰਾਂਗੇ, ਕਰਨਾ ਵੀ ਸ਼ੁਰੂ ਕੀਤਾ। 17A ਦੇ ਵਿੱਚ ਪਰਮਿਸ਼ਨ ਉਹਨਾਂ ਅਫਸਰਾਂ ਦੀ ਲਿੱਤੀ, ਪਰ ਅਫਸਰਾਂ ਨੂੰ ਲੈਣ ਤੋਂ ਬਾਅਦ LOC ਜਾਰੀ ਕਰਨ ਤੋਂ ਬਾਅਦ ਚੋਂ ਕਿਹਾ ਵੀ ਤੁਸੀਂ ਤੇ LOC ਗਲਤੀ ਨਾਲ ਜਾਰੀ ਹੋ ਗਿਆ, ਵੀ ਤੁਸੀਂ ਆ ਜਾਓ, ਕਿਉਂਕਿ ਜੇ LOC ਜਾਰੀ ਹੁੰਦਾ ਤੇ ਉਹ ਆ ਹੀ ਨਾ ਪਾਉਂਦੇ। ਉਹ ਆ ਗਏ। ਆਉਣ ਤੋਂ ਬਾਅਦ ਹੁਣ ਵਿਜੀਲੈਂਸ ਦੇ ਚੱਕਰ ਜ਼ਰੂਰ ਲਾ ਰਹੇ ਨੇ, ਪਰ ਵਿਜੀਲੈਂਸ ਇਸ ਮੁੱਦੇ ਦੇ ਉੱਤੇ ਜਿਹੜੀ ਇਨਵੈਸਟੀਗੇਸ਼ਨ ਦੀ ਗੱਲ ਚੱਲ ਰਹੀ ਸੀ, ਹੁਣ ਕਹਿ ਰਹੇ ਨੇ ਇਨਕੁਆਇਰੀ ਕਰ ਰਹੇ ਆ। FIR 2017 ਦੇ ਵਿੱਚ ਦਰਜ ਹੋ ਗਈ, ਗੁਰਿੰਦਰ ਉਹਨਾਂ ਨੂੰ ਕਈ ਸਾਲ ਜੇਲ੍ਹ ਦੇ ਵਿੱਚ ਵੀ ਰਹਿਣਾ ਪੈ ਗਿਆ, ਔਰ ਉਸ ਤੋਂ ਬਾਅਦ ਹਜੇ ਵੀ ਇਸ ਮੁੱਦੇ ਦੇ ਉੱਤੇ ਇਨਕੁਆਇਰੀ। ਹਾਈ ਕੋਰਟ ਨੇ ਨੋਟਿਸ ਭੇਜਤਾ ਸਰਕਾਰ ਨੂੰ ਕਿਹਾ ਕਿਉਂ ਨਹੀਂ ਇਹ ਜਾਂਚ CBI ਨੂੰ ਦੇ ਦਿੱਤੀ ਜਾਏ। ਸਰਕਾਰ ਹੁਣ ਇਸ ਮੁੱਦੇ ਦੇ ਉੱਤੇ ਕੀ ਜਵਾਬ ਦਿੰਦੀ ਹੈ? ਕਿ ਉਹ ਕਹਿਣਗੇ ਕਿ ਵੀ ਆਪਾਂ ਨਿੱਠ ਕੇ ਜਾਂਚ ਕਰ ਰਹੇ ਹਾਂ, ਅਫਸਰਾਂ ਨੂੰ ਬੁਲਾਇਆ ਜਾ ਰਿਹਾ ਹੈ, ਪੂਰਵ ਮੰਤਰੀ ਕਈ ਵਾਰ ਪੇਸ਼ ਹੋ ਚੁੱਕੇ ਨੇ, ਔਰ ਬੜੀ ਛੇਤੀ ਅਸੀਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਲਾਂਗੇ। ਇਦਾਂ ਦੇ ਹੀ ਜਵਾਬ ਸਰਕਾਰ ਵੱਲੋਂ ਸ਼ਾਇਦ ਹਾਈ ਕੋਰਟ ਨੂੰ ਜਾਏ, ਪਰ ਹਾਈ ਕੋਰਟ ਦਾ ਉਸ ਮੁੱਦੇ ਦੇ ਉੱਤੇ ਕੀ ਸਟੈਂਡ ਹੁੰਦਾ ਹੈ, ਇਹ ਆਉਣ ਵਾਲੀ ਜਿਹੜੀ ਹੀਅਰਿੰਗ ਦੀ ਡੇਟ ਹੈ ਉੱਥੇ ਦੇਖਿਆ ਜਾਏਗਾ। ਭਾਸਕਰ ਸਾਹਿਬ, ਮੇਰਾ ਨਹੀਂ ਖਿਆਲ ਵੀ ਕਈ ਸਾਲ ਗੁਰਿੰਦਰ ਸਿੰਘ ਅੰਦਰ ਰਹੇ ਆ, ਕੁਝ ਮਹੀਨੇ ਤੇ ਰਹੇ ਹੋ ਸਕਦੇ, ਕਿਉਂਕਿ ਛੇਤੀ ਜ਼ਮਾਨਤ ਮਿਲ ਜਾਂਦੀ ਹੁੰਦੀ, ਫਿਰ ਟ੍ਰਾਇਲ ਤੋਂ ਬਾਅਦ ਪਤਾ ਲੱਗਦਾ ਹੁੰਦਾ ਵੀ ਕੀ ਹੋਣਾ। ਮਹੀਨੇ ਵੀ ਸਾਲਾਂ ਵਰਗੇ ਹੁੰਦੇ ਆ ਜੇਲ੍ਹ ਦੇ ਵਿੱਚ। ਹਾਂ, ਇਹ ਗੱਲ ਤੁਹਾਡੀ ਲੱਖ ਟਕੇ ਦੀ ਹੈ। ਇਹ ਤਾਂ ਪੁੱਛੋ ਉਹਨਾਂ ਨੂੰ ਜਿਨ੍ਹਾਂ ਨੇ ਅੰਦਰ ਬਿਤਾਈਆਂ ਰਾਤਾਂ। ਆ ਕਿੱਕੀ ਢਿੱਲੋਂ ਕੱਲ ਦੇ ਪੁਲਿਸ ਰਿਮਾਂਡ ਤੇ ਆ, ਮੇਰੇ ਖਿਆਲ 14 ਦਿਨ ਦੀ, ਉਸ ਤੋਂ ਬਾਅਦ ਜੇਲ੍ਹ ਵੀ ਯਾਤਰਾ ਕਰਨੀ ਪੈਂਦੀ ਹੁੰਦੀ ਹੈ। ਇੰਦਰਪ੍ਰੀਤ ਜੀ, ਇਰੀਗੇਸ਼ਨ ਸਕੈਮ, ਤੁਸੀਂ ਚੰਡੀਗੜ੍ਹ 'ਚ ਬੈਠੇ ਹੋ, ਇਹਦੇ ਉੱਤੇ ਕੀ ਗੱਲ ਤਸੱਲੀ ਨਹੀਂ ਹੋ ਰਹੀ ਲੋਕਾਂ ਦੀ? ਹੁਣ ਤਾਂ ਰਜੀਮ ਬਦਲ ਗਈ, ਵਿਜੀਲੈਂਸ ਦੇ ਮੁਖੀ ਬੜੇ ਆਲਾ ਦਰਜੇ ਦੇ ਅਫਸਰ ਨੇ, ਤੇ ਹੁਣ ਕੀ ਕਮੀ ਆ? ਆਖਰ ਕੇਸ ਅੱਗੇ ਤੁਰਦਾ ਕਿਉਂ ਨਹੀਂ, ਰੀਂਗਦਾ ਜਾ ਕਿਉਂ ਪਿਆ? ਰੰਧਾਵਾ ਸਾਹਿਬ, ਮੈਂ ਪਹਿਲਾਂ ਵੀ ਇੱਕ ਵਾਰੀ ਤੁਹਾਡੇ ਪ੍ਰੋਗਰਾਮ 'ਚ ਇਹ ਕਿਹਾ ਸੀਗਾ ਕਿ ਇਹ ਕਿਸੇ ਸਿਰੇ ਤਾਂ ਲੱਗਣਾ ਹੀ ਚਾਹੀਦਾ। ਦੇਖੋ, ਇੰਨਾ ਪੁਰਾਣਾ ਮਤਲਬ ਇਹ ਚੱਲ ਰਿਹਾ ਹੈ, 2017 'ਚ ਤਾਂ ਪਰਚਾ ਹੀ ਹੋਇਆ, ਲੇਕਿਨ ਚੱਲ ਤਾਂ ਉਸ ਤੋਂ ਵੀ ਪਹਿਲਾਂ ਦਾ ਰਿਹਾ ਹੈ। ਗੱਲ ਇਹ ਹੈਗੀ ਹੈ ਵੀ ਜਦ ਹੁਣ ਪਿਛਲੇ ਦਿਨਾਂ 'ਚ ਤੇਜ਼ੀ ਤਾਂ ਜ਼ਰੂਰ ਆਈ ਹੈ। ਉਹ ਆਈ ਸਿਰਫ ਇਸ ਤੇ ਹੈ ਕਿ ਬਈ ਹਜੇ ਰਿਕਾਰਡ ਹੀ ਲਿਆ ਜਾ ਰਿਹਾ। ਕਦੀ ਸਰਵੇਸ਼ ਕੌਸ਼ਲ ਜੀ ਨੂੰ ਬੁਲਾ ਲਿਆ, ਕਦੀ ਪੰਨੂ ਸਾਹਿਬ ਨੂੰ ਬੁਲਾ ਲਿਆ, ਕਦੀ ਆਪਣੇ ਜਿਹੜੇ ਤੀਜੇ ਹੈਗੇ ਨੇ ਸਿੱਧੂ ਸਾਹਿਬ, ਉਹਨਾਂ ਨੂੰ ਬੁਲਾ ਲਿਆ। ਮਤਲਬ ਚੱਲੀ ਜਾ ਰਹੀਆਂ, ਕਦੀ ਦੋਨੋਂ ਮੰਤਰੀ ਜਿਹੜੇ ਸਾਬਕਾ ਹੈਗੇ ਉਹਨਾਂ ਨੂੰ ਬੁਲਾ ਲਿਆ, ਪਰ ਹਜੇ ਤੱਕ ਕਿਸੇ ਨਤੀਜੇ ਤੱਕ ਨਹੀਂ ਪਹੁੰਚ ਸਕੇ। 5 ਸਾਲ, ਹੁਣ ਤਾਂ 6.5 ਸਾਲ ਤਾਂ ਕਿ ਪੇਸ ਦਰਜ ਹੋਏ ਨੂੰ ਹੀ ਹੋ ਗਏ, ਇਹ ਨਤੀਜਾ ਕਿਉਂ ਨਹੀਂ ਆ ਰਿਹਾ? ਇਸੇ ਗੱਲ ਤੋਂ ਆਹਤ ਹੋ ਕੇ ਇਹ ਜਿਹੜੀ ਇੱਕ ਹਰਮੀਤ ਸਿੰਘ ਦਾ ਜਿਹੜੇ ਬੰਦਾ ਹੈਗਾ ਉਹਨੇ ਪਾਈ ਹੈ, ਤੇ ਉਹਨੇ ਕਿਹਾ ਵੀ ਇਹ CBI ਨੂੰ ਦੋ, ਪਰ ਮੈਨੂੰ ਨਹੀਂ ਲੱਗਦਾ ਵੀ CBI ਵੀ ਕੋਈ ਇਹਨਾਂ ਕੇਸਾਂ ਤੇ ਕੁਝ ਕਰ ਪਾਊਗੀ, ਕਿਉਂਕਿ ਪਹਿਲਾਂ CBI ਕੋਲੇ ਬਹੁਤ ਕੇਸ ਹੈਗੇ ਨੇ। ਸਾਡੇ ਜਿਹੜਾ ਡੇਰਾ ਸੱਚਾ ਸੌਦਾ ਵਾਲੇ ਸੀਗੇ, ਉਹ ਵੀ ਇਸੇ ਤਰ੍ਹਾਂ ਹੀ ਸਾਲੋ ਸਾਲ ਚਲਦੇ ਉਹਨਾਂ ਨੇ ਫਿਰ ਕਲੋਜ਼ਰ ਰਿਪੋਰਟਾਂ ਦਿੱਤੀਆਂ ਨੇ, ਉਹ 'ਚ ਵੀ ਕੁਝ ਹੋਇਆ ਨਹੀਂ। ਸੋ ਕਹਿਣਾ ਗੱਲ ਸਿਰਫ ਇੰਨੀ ਕੁ ਹੈ ਕਿ ਜੇ ਤਾਂ ਤੁਹਾਡੇ ਕੋਲ ਪੋਲੀਟੀਕਲ ਵਿਲ ਹੈ ਕਿ ਤੁਸੀਂ ਇਸ ਕੇਸ ਦੇ ਨੂੰ ਕਿਤੇ ਟਿਕਾਣੇ ਤੇ ਪਹੁੰਚਾਣਾ ਹੈ, ਫਿਰ ਤਾਂ ਹੋ ਜਾਏਗਾ, ਅਦਰਵਾਈਜ਼ ਨਹੀਂ ਤਾਂ ਫਿਰ ਇਹ ਇਸੇ ਤਰ੍ਹਾਂ ਹੀ ਲਟਕਦਾ ਰਹੇਗਾ, ਹੋਰ ਇਹਦੇ 'ਚ ਨਿਕਲਣਾ ਕੁਝ ਵੀ ਨਹੀਂ। ਕਈ ਵਾਰੀ ਇੰਜ ਵੀ ਹੁੰਦਾ ਹੈ ਕਿ ਕੇਸ 'ਚ ਤੇਜ਼ੀ ਫੜ ਜਾਏ ਤੇ ਉਦੋਂ ਜਾਂਚ ਏਜੰਸੀ ਬਦਲਣ ਦੀ ਮੰਗ ਵੀ ਆਉਂਦੀ ਹੈ ਇੱਧਰੋਂ ਉੱਧਰੋਂ। ਹਰਮੀਤ ਸਿੰਘ ਦਾ ਨਜ਼ਰੀਆ, ਵਿਊ ਪੁਆਇੰਟ ਬੜਾ ਪੋਜ਼ਿਟਿਵ ਹੋਊਗਾ, ਉਹ ਇਨਸਾਫ ਚਾਹੁੰਦੇ ਹੋਣਗੇ। ਮੈਂ ਉਹਨਾਂ ਨੂੰ ਨਹੀਂ ਜਾਣਦਾ, ਮੈਨੂੰ ਪਤਾ ਵੀ ਨਹੀਂ ਕਿ ਉਹ ਕੌਣ ਵਿਅਕਤੀ ਨੇ। ਉਹਨਾਂ ਦਾ ਏਜੰਡਾ ਇਹੀ ਹੋਊਗਾ ਕਿ ਇਹ ਤੇਜ਼ੀ ਨਾਲ ਇਨਸਾਫ ਹੋਵੇ ਇਹਦੇ 'ਚ। ਪਰ ਕਈ ਵਾਰੀ ਚੀਜ਼ਾਂ ਇੰਜ ਵੀ ਹੁੰਦੀਆਂ ਨੇ ਕਿ ਜੇ ਫੈਸਲਾ ਕੁਝ ਹੋਣ ਲੱਗੇ ਤਾਂ ਏਜੰਸੀ ਬਦਲ ਦਿਓ, ਇਸ ਤਰ੍ਹਾਂ ਦੀਆਂ ਮੰਗਾਂ ਵੀ ਆ ਜਾਂਦੀਆਂ। ਵਿਅਕਤੀ ਕੋਈ ਹੋਰ ਹੁੰਦੇ ਆ, ਪਿੱਛੋਂ ਕੋਈ ਹੋਰ ਹੁੰਦੇ ਆ, ਇਹ ਸਾਰੀਆਂ ਚੀਜ਼ਾਂ ਵੀ ਨੇ। ਇਹ ਵੀ ਸਵਾਲ ਆ, ਇਹਨੂੰ ਵੀ ਨਜਿੱਠਣ ਦੀ, ਦੇਖਣ ਦੀ ਲੋੜ ਹੈ।